दास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार तिन संतन को बंदना सिर चरणन पर तार। सतनाम श्री वाहिगुरु साहिब जीओ। एक दिन चढ़ियो सो ज्वर हर गोबिंद तब रहे पोड़ चित मात चिंद उन दिवस तीसरे भी दिखाए जह नाम शीतला जगत गाए। एक दिन चढ़ियो सो ज्वर हर गोबिंद। वाहिगुरु जी का खालसा वाहिगुरु जी की फतेह। परम सम्मानयोग गुरु खालसा साध संगत जीओ, सतगुरु ने अपार बख्शिश की थी। आप संगतां संध्या समय सतगुरु दे पावन पवित्र सोहने दरबार दियां हाजरियां भर रहे हो। सतगुरु दी पावन अमृत रूप बाणी दा रस पिना मनोहर कीर्तन आप संगतां ने सरवण कीता। कीर्तन कर रहे सन दौलमी टकसाल के विद्यार्थी भाई साहब भाई जसपाल सिंह जी। हुण कथा का समा हो रहा है। पंज प्याले पंज पीर छठों पीर बैठा गुर भारी अर्जन काया पलट के मूरत हर गोबिंद सवारी। बंदी छोड़ दाता मीरी पीरी दे मालक धन धन श्री गुरु हरगोबिंद साहब महाराज बाल लीला दे चूज कर रहे हैं। उडाली साहिब तो श्री अमृतसर साहिब पहुंच चुके हैं। परिवार दे विच सिख संगतां दे विच बड़ियां खुशियां ने। आनंद मंगलाचार हो रहे ने। कीर्तन कथा दे प्रवाह चलते हैं। बड़ियां खुशियां ही खुशियां ने। पर एक कुदरत का नियम है, समा एक रस नहीं रहिंदा। कई बारी
ਖੁਸ਼ੀ ਦੇ ਨਾਲ ਕੋਈ ਨਾ ਕੋਈ ਗਮੀ ਦਾ ਪਲ ਵੀ ਜੁੜ ਜਾਂਦਾ ਹੈ। ਕਿਉਂ ਇਹ ਸੰਸਾਰ ਇੱਕ ਤਮਾਸ਼ਾ ਹੈ, ਸੰਸਾਰ ਇੱਕ ऐसा नाटक है, बाजीगर जैसे बाजी पाई, नाना रूप एक दखलाई, सांग उतार थम्यों पासारा, तब एको एकंकार। जिवें बाजीगर बाजी पाउंदा है, कुछ समय लई तां सच्ची प्रतीत हुंदी है, पर बाद विच ਜਦੋਂ ਬਾਜੀਗਰ ਆਪਣੇ ਸਾਂਗ ਨੂੰ ਸਮੇਟ ਲੈਂਦਾ ਹੈ ਤੇ ਫਿਰ ਉਹ ਖੇਡ ਖਤਮ ਹੋ ਜਾਂਦੀ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਆਨੰਦ ਮੰਗਲਾਚਾਰ ਹੋ ਰਹੇ ਨੇ, ਪਰ ਜਿਹੜੇ ਵਿਰੋਧੀ ਨੇ, ਸ਼ਰੀਕ ਨੇ, ਉਹਨਾਂ ਨੂੰ ਖੁਸ਼ੀਆਂ ਪਾਉਂਦੀਆਂ ਨਹੀਂ। ਉਹ ਪ੍ਰਸੰਗ ਤੁਸੀਂ ਸਰਵਣ ਕਰ ਚੁੱਕੇ ਹੋ। ਬੀਬੀ ਕਰਮੋਂ ਆਪਣੇ ਪਤੀ ਦੇ ਪ੍ਰਿਥੀਏ ਨੂੰ ਕਹਿੰਦੀ ਹੈ, ਦੇਖੋ ਗੁਰੂ ਅਰਜਨ ਦੇਵ ਮਹਾਰਾਜ ਸਾਥੋਂ ਛੋਟੇ ਨੇ, ਉਹਨਾਂ ਦੇ ਘਰ ਦੇ ਵਿੱਚ ਹਰ ਖੁਸ਼ੀ ਹਰ ਸੁੱਖ ਸਾਡੇ ਨਾਲੋਂ ਵਧੇਕ ਹੈ। ਸਾਨੂੰ ਕੋਈ ਨਾ ਕੋਈ ਇਸ ਦਾ ਇਲਾਜ ਕਰਨਾ ਚਾਹੀਦਾ। ਸੋਚ ਇੰਨੀ ਮਾੜੀ ਹੈ, ਨਖਿੱਧ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਬੁਰਾ ਸੋਚਦੇ ਨੇ। ਪ੍ਰਿਥਵੀ ਨੇ ਬੀਬੀ ਕਰਮੋਂ ਨੂੰ ਖੁਸ਼ ਕਰਨ ਦੇ ਲਈ ਇਹ ਆਖਿਆ, ਕੋਈ ਗੱਲ ਨਹੀਂ, ਹਾਲੇ ਉਮਰ ਬਹੁਤ ਛੋਟੀ ਹੈ, ਸਾਹਿਬਜ਼ਾਦੇ ਨੇ, ਇਹ ਖੁਸ਼ੀਆਂ ਬਹੁਤੀ ਦੇਰ ਨਹੀਂ ਰਹਿਣੀਆਂ, ਇਹਨਾਂ ਨੂੰ ਮਾਤਾ ਨਿਕਲੇਗੀ। ਇਹ ਮਾਤਾ ਦਾ ਖਾਈਆ ਨੇ, ਉਸ ਮਾਤਾ ਨੇ ਜਿਸ ਨੂੰ ਪੁਰਾਤਨ ਸਮੇਂ ਦੇ ਵਿੱਚ ਸੀਤਲਾ ਵੀ ਕਹਿ ਦਿੰਦੇ ਸਨ, ਤੇ ਉਹਨੂੰ ਚੇਚਕ ਦੀ ਬਿਮਾਰੀ ਵੀ ਕਿਹਾ ਜਾਂਦਾ ਸੀ। ਉਹਦੇ ਨਾਲ ਹੀ ਕਈ ਬੱਚਿਆਂ ਦੀ ਮੌਤ ਹੋ ਜਾਂਦੀ ਸੀ। ਪ੍ਰਿਥੀਆ ਕਹਿਣ ਲੱਗਾ, ਇਹ ਵੀ ਸੀਤਲਾ ਮਾਤਾ ਦਾ ਖਾਈਆ ਬਣ ਜਾਣਗੇ, ਮੇਰੀ ਗੱਲ ਯਾਦ ਰੱਖੀ। ਹੁਣ ਹੈ ਤੇ ਇਹ ਵੀ ਕੁਦਰਤ ਦਾ ਨਿਯਮ ਹੈ, ਸੁੱਖ ਦੇ ਨਾਲ ਦੁੱਖ ਜੁੜਿਆ ਹੋਇਆ, ਦਿਨ ਦੇ ਨਾਲ ਰਾਤ, ਸ਼ਾਮ ਦੇ ਨਾਲ ਧੁੱਪ, ਇਹ ਚੱਕਰ ਚੱਲਦਾ ਰਹਿੰਦਾ ਹੈ। ਕਦੇ ਖੁਸ਼ੀ ਕਦੇ ਗਮੀ, ਕਦੇ ਦੁੱਖ ਕਦੇ ਸੁੱਖ, ਸਾਡੀ ਜ਼ਿੰਦਗੀ ਦੇ ਅੰਗ ਨੇ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਚੜਿਓ ਸੋ ਜਵਰ ਹਰ ਗੋਬਿੰਦ। ਲੋਕ ਕਵੀ ਜੀ ਕਹਿੰਦੇ ਨੇ, ਇੱਕ ਦਿਨ ਦੀ ਗੱਲ ਹੈ, ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਖਾਰ ਚੜ ਗਿਆ। ਭਾਵ ਟੈਂਪਰੇਚਰ ਉਹਨਾਂ ਦਾ ਹਾਈ ਹੋ ਗਿਆ। ਤਬ ਰਹੇ ਪੌੜ ਚਿਤ ਮਾਤ ਚਿੰਤ। ਜਦੋਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਖਾਰ ਚੜਿਆ, ਤਾਪ ਵੀ ਕਹਿ ਦਿੰਦੇ ਨੇ, ਕਿਉਂਕਿ ਸਰੀਰ ਗਰਮ ਹੋ ਜਾਂਦਾ ਹੈ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜ ਗਏ ਨੇ, ਆਰਾਮ ਕਰਨ ਲੱਗ ਪਏ ਨੇ। ਬੁਖਾਰ ਚੜਿਆ ਵੇਖ ਕੇ ਮਾਤਾ ਗੰਗਾ ਜੀ ਨੂੰ ਬਹੁਤ ਚਿੰਤਾ ਵੱਧ ਗਈ। ਹੁਣ ਦਿਵਸ ਤੀਸਰੇ ਵੀ ਦਿਖਾਏ। 3 ਦਿਨ ਲਗਾਤਾਰ ਬੁਖਾਰ ਚੜਦਾ ਰਿਹਾ, ਤੇ ਫਿਰ ਉਹਦਾ ਕੁਛ ਨਾ ਕੁਛ ਦਵਾ ਦਾਰੂ ਵੀ ਜ਼ਰੂਰ ਕੀਤਾ ਹੋਵੇਗਾ। ਜੈ ਨਾਮ ਸੀਤਲਾ ਜਗਤ ਗਾਏ। ਪਰ ਬੁਖਾਰ ਉਤਰਨ ਦੀ ਥਾਂ ਤੇ ਅੱਗੇ ਹੋਰ ਹੀ ਬਿਮਾਰੀ ਪ੍ਰਗਟ ਹੋ ਗਈ, ਜਿਹਨੂੰ ਸੰਸਾਰ ਦੇ ਵਿੱਚ ਸੀਤਲਾ ਕਹਿੰਦੇ ਨੇ, ਜਾਂ ਕਈ ਲੋਕ ਮਾਤਾ ਵੀ ਕਹਿ ਦਿੰਦੇ ਨੇ।
ਤੇ ਕਈ ਲੋਕ ਚੇਚਕ ਵੀ ਕਹਿ ਦਿੰਦੇ ਹਨ ਉਹ ਜਿਹੜੀ ਮਾਤਾ ਦੀ ਬਿਮਾਰੀ ਪ੍ਰਗਟ ਹੋ ਗਈ। ਬਹੁਤ ਸਗਨ ਨਿਕਸ ਵਿਸਫੋਟ ਬ੍ਰਿੰਦ। ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ, ਮਾਤਾ ਦੇ ਕੀ ਲੱਛਣ ਹੁੰਦੇ ਨੇ? ਕਵੀ ਜੀ ਲਿਖਦੇ ਨੇ ਗੁਰੂ ਮਹਾਰਾਜ ਦੇ ਸਰੀਰ ਉੱਤੇ ਬਹੁਤ ਸੰਘਣੇ ਫੋੜੇ ਨਿਕਲੇ ਆਏ ਨੇ, ਜਿਵੇਂ ਫਿਣਸੀਆਂ ਛਾਲੇ ਜਿਹੇ ਕਿਸਮ ਦੇ ਇਸ ਤਰ੍ਹਾਂ ਦੇ ਫੋੜੇ ਨਿਕਲਣ ਲੱਗ ਪਏ। ਕੋ ਦਿਖਤ ਛੋਟ ਕੋ ਹੈ ਬਿਲੰਦ। ਤੇ ਕਈ ਛੋਟੇ ਨੇ ਤੇ ਕਈ ਵੱਡੇ ਨੇ, ਜਿਹੜੇ ਛੋਟੇ ਨੇ ਫਿਰ ਉਹੀ ਵੱਡੇ ਹੋ ਜਾਂਦੇ ਹਨ। ਇੱਕ ਬਾਰ ਸਰਬ ਪਾ ਤਨ ਸੁਲਾਲ। ਗੱਲ ਕੀ ਇੱਕੋ ਵਾਰੀ ਗੁਰੂ ਮਹਾਰਾਜ ਦਾ ਸਾਰਾ ਸਰੀਰ ਫੋੜੇ ਫਿਣਸੀਆਂ ਦੇ ਨਾਲ ਭਰ ਗਿਆ, ਲਾਲ ਰੰਗ ਦਾ ਹੋ ਗਿਆ। ਨਹਿ ਸ਼ੂਸ਼ ਥਾਨ ਕੀਨੇ ਬਿਹਾਲ। ਕੋਈ ਖਾਲੀ ਥਾਂ ਨਹੀਂ ਬਚਿਆ ਤੇ ਸਾਹਿਬਜ਼ਾਦੇ ਨੂੰ ਚੇਚਕ ਨੇ, ਸੀਤਲਾ ਨੇ, ਮਾਤਾ ਨੇ ਬਹੁਤ ਬੇਹਾਲ ਕਰ ਦਿੱਤਾ। ਪੌਡੇ ਪ੍ਰਿਅੰਕ ਪਰ ਦਿਵਸ ਰਾਤ। ਉਹ ਦਿਨ ਰਾਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਲੰਘ ਤੇ ਬਰਾਜੇ ਰਹਿੰਦੇ ਹਨ। ਵਿਸਫੋਟ ਸਗਨ ਤੇ ਸੋ ਜਗਾਤ। ਕਿਉਂਕਿ ਐਸੇ ਜ਼ਹਿਰੀਲੇ ਫੋੜੇ ਫਿਣਸੀਆਂ ਨਿਕਲੇ ਨੇ, ਸਾਰੇ ਸਰੀਰ ਤੇ ਸੋਜਸ਼ ਆ ਗਈ ਹੈ, ਸਰੀਰ ਸੁੱਜ ਗਿਆ ਹੈ। ਕਰ ਚਰਨ ਤਰਬ ਪਰ ਜੀਹ ਮਾਹੇ। ਇੱਥੋਂ ਤੱਕ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਤੇ ਵੀ ਉਹ ਛਾਲੇ ਫਿਣਸੀਆਂ ਫੋੜੇ ਨਿਕਲੇ ਆਏ ਨੇ। ਤੇ ਆ ਜਿਹੜੀ ਜ਼ੁਬਾਨ ਹੈ ਸਾਡੀ, ਇਹਦੇ ਉੱਤੇ ਵੀ ਉਹਦਾ ਅਸਰ ਹੋ ਗਿਆ। ਸਗਨੀ ਘਨੀ ਸੋ ਖਰ ਚੁੰਚ ਜਾਹੇ। ਉਹ ਬਹੁਤ ਸੰਘਣੀਆਂ ਨੇ ਤੇ ਬੜੀਆਂ ਤਿੱਖੀਆਂ ਚੁੰਝਾਂ ਨੇ, ਭਾਵ ਤਿੱਖੇ ਮੂੰਹ ਵਾਲੀਆਂ ਫਿਣਸੀਆਂ ਨੇ, ਫੋੜੇ ਨੇ, ਜਿਵੇਂ ਸੂਈ ਵਾਂਗੂ ਉਹਨਾਂ ਦੇ ਮੂੰਹ ਨਿਕਲਦੇ ਦਿਖਾਈ ਦਿੰਦੇ ਹਨ। ਲੋਚਨ ਦੋ ਬੀਚ ਮੀਚੇ ਗਏ ਸੋ। ਲੋ ਗੱਲ ਕੀ 5 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਪਹਿਲਾਂ ਤੇਜ ਬੁਖਾਰ ਚੜਿਆ, ਫਿਰ ਮਾਤਾ ਨਿਕਲ ਆਈ ਤੇ ਉਸ ਦੌਰਾਨ ਦੋਵੇਂ ਨੇਤਰ ਵੀ ਬੰਦ ਹੋ ਗਏ। ਉਹ ਗ੍ਰੰਥ ਨਹੀਂ ਦਿਖਿਅਤ ਨਾ ਲੇਸ਼। ਅੱਖਾਂ ਖੋਲਦੀਆਂ ਹੀ ਨਹੀਂ, ਸੋਜਸ਼ ਇੰਨੀ ਆ ਗਈ ਹੈ, ਅੱਖਾਂ ਖੋਲਦੀਆਂ ਹੀ ਨਹੀਂ ਤੇ ਨਾ ਹੀ ਕੁਛ ਨਜ਼ਰ ਆਉਂਦਾ ਹੈ। ਰਹਿ ਬੈਠ ਨਿਕਟ ਤਜ ਧੀਰ ਗੰਗ। ਉਹ ਮਾਤਾ ਗੰਗਾ ਜੀ ਹੁਣ ਸਾਹਿਬਜ਼ਾਦੇ ਦੇ ਕੋਲ ਹੀ ਬੈਠੇ ਰਹਿੰਦੇ ਨੇ ਤੇ ਮਨ ਦੇ ਵਿੱਚ ਧੀਰਜ ਵੀ ਉਹਨਾਂ ਦਾ ਛੁੱਟਦਾ ਜਾ ਰਿਹਾ ਹੈ। ਬਹੁ ਬਾਰ ਪੁੱਤਰ ਕੇ ਦਿਖਤ ਅੰਗ। ਤੇ ਬਹੁਤ ਵਾਰ ਆਪਣੇ ਪੁੱਤਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਦੇਖਦੀ ਰਹਿੰਦੀ ਹੈ, ਬਾਰ-ਬਾਰ ਦੇਖਦੀ ਹੈ ਵੀ ਕੋਈ ਥਾਂ ਬਚਿਆ ਵੀ ਹੈ ਜਿੱਥੇ ਕੋਈ ਫੋੜਾ ਫਿਣਸੀ ਨਾ ਹੋਵੇ, ਪਰ ਸਾਰਾ ਸਰੀਰ ਭਰਿਆ ਪਿਆ ਹੈ। ਜਿਮ ਹੋਵੇ ਸਾਗਰ ਮੈਂ ਜਹਾਜ਼। ਲੋਕ ਕਵੀ ਜੀ ਕਹਿੰਦੇ ਨੇ ਜਿਵੇਂ ਕਿਸੇ ਵਪਾਰੀ ਦਾ ਜਹਾਜ਼ ਸਾਜੋ ਸਾਮਾਨ ਦੇ ਨਾਲ ਲੱਦਿਆ ਹੋਇਆ ਸਮੁੰਦਰ ਦੇ ਵਿੱਚ ਠੇਲ ਦਿੱਤਾ ਹੋਵੇ। ਕਹਿਲਾ ਦਲੀਨ ਸਭ ਘਰ ਸਮਾਜ। ਜਿੰਨਾ ਵੀ ਘਰ ਦਾ ਸਾਜੋ ਸਾਮਾਨ ਹੈ, ਮਾਲ ਅਸਬਾਬ ਹੈ, ਉਸਨੇ ਸਾਰਾ ਜਹਾਜ਼ ਤੇ ਸਮੁੰਦਰੀ ਜਹਾਜ਼ ਤੇ ਲੱਦ ਲਿਆ ਹੋਵੇ। ਬਹਿ ਬਾਯੂ ਕਫੇਰੀ ਹੇਰ ਤਾਹੇ। ਪੁਰਾਣੇ ਸਮੇਂ ਦੇ ਵਿੱਚ ਬਾਰਦਾਨੇ ਵਾਲੇ ਜਹਾਜ਼ ਹੁੰਦੇ ਸਨ ਤੇ ਉਹ ਹਵਾ ਦੇ ਨਾਲ ਹੀ ਚੱਲਦੇ ਸਨ। ਵੇਖ ਕੇ ਹਵਾ ਦਾ ਰੁਖ, ਫਿਰ ਉਹਨਾਂ ਜਹਾਜ਼ਾਂ ਨੂੰ ਸਮੁੰਦਰ ਵਿੱਚ ਠੇਲਿਆ ਜਾਂਦਾ ਸੀ। ਹੁਣ ਤੇ ਇੰਜਨ ਵਾਲੇ ਨੇ ਤੇ ਹੁਣ ਤੇ ਜਦੋਂ ਮਰਜ਼ੀ ਉਹਨਾਂ ਨੂੰ ਚਲਾ ਸਕਦੇ ਨੇ, ਪਰ ਫਿਰ ਵੀ ਜਦੋਂ ਸਮੁੰਦਰੀ ਤੂਫਾਨ ਆਉਂਦਾ ਹੈ ਉਸ ਵੇਲੇ ਇਹਨਾਂ ਜਹਾਜ਼ਾਂ ਨੂੰ ਵੀ ਕਈ ਵਾਰ ਖਤਰਾ ਪੈਦਾ ਹੋ ਜਾਂਦਾ। ਹੁਣ ਦੇਖੋ ਕਿਸੇ ਵਪਾਰੀ ਨੇ ਘਰ ਦਾ ਸਾਰਾ ਸਾਜੋ ਸਾਮਾਨ ਲੱਦ ਕੇ ਜਹਾਜ਼ ਸਮੁੰਦਰ ਵਿੱਚ ਠੇਲ ਦਿੱਤਾ ਹੋਵੇ ਤੇ ਫਿਰ ਉਲਟੇ ਦਾਅ ਦੀ ਹਵਾ ਚੱਲ ਪਵੇ, ਜਿੱਧਰ ਜਾਣਾ ਪੁੱਠੇ ਪਾਸੇ ਨੂੰ ਲੈ ਤੁਰੇ। ਇੱਕ ਪ੍ਰਭੂ ਆਸ ਤਿਮ ਚਿੰਤ ਮਾਹੇ। ਇਸੇ ਤਰ੍ਹਾਂ ਹੁਣ ਇਹ ਕਿੱਥੇ ਸਾਹਿਬਜ਼ਾਦੇ ਦੀਆਂ ਖੁਸ਼ੀਆਂ ਤੇ ਸੁੱਖਾਂ ਦੀਆਂ ਮਾਤਾ ਗੰਗਾ ਜੀ ਹਮੇਸ਼ਾ ਲਈ ਅਰਦਾਸਾਂ ਕਰਦੇ ਸਨ, ਪਰ ਹੁਣ ਉਹਨਾਂ ਨੂੰ ਬੁਖਾਰ ਚੜ ਗਿਆ, ਮਾਤਾ ਨਿਕਲ ਆਈ ਹੈ, ਨੇਤਰ ਵੀ ਬੰਦ ਹੋ ਗਏ ਨੇ, ਦਿਸਣੋਂ ਵੀ ਹਟ ਗਿਆ ਹੈ। ਹੁਣ ਤੇ ਸਿਰਫ ਇੱਕੋ ਹੀ ਵਾਹਿਗੁਰੂ ਦੀ ਆਸ ਭਰੋਸਾ ਰਹਿ ਗਿਆ ਹੈ ਤੇ ਮਾਤਾ ਜੀ ਦੇ ਮਨ ਦੇ ਵਿੱਚ ਬੜੀ ਚਿੰਤਾ ਫਿਕਰ ਲੱਗਿਆ ਰਹਿੰਦਾ ਹੈ। ਬਹੁਤ ਡਰਤ ਹਿਰਦੇ ਚਿੰਤਾ ਬਿਲੰਦ। ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਬਹੁਤੀ ਚਿੰਤਾ, ਬਹੁਤਾ ਫਿਕਰ, ਬਹੁਤਾ ਤੌਖਲਾ ਹੈ ਤੇ ਬਹੁਤਾ ਡਰਦੀ ਹੈ। ਮਮ ਪੁੱਤਰ ਏਕ ਜਨ ਚਾਰ ਚੰਦ। ਮੇਰਾ ਇੱਕੋ ਹੀ ਪੁੱਤਰ ਹੈ
ਇਹ ਮਾਨੋ ਸੋਹਣਾ ਚੰਦ ਹੀ ਮੇਰੇ ਲਈ ਚੜਿਆ ਹੋਇਆ ਹੈ ਜਿਤ ਕਹ ਮਾਰੋ ਗਨ ਕੁਟੰਬ ਲੋ ਜਿੰਨਾ ਸਾਡਾ ਪਰਿਵਾਰ ਹੈ, ਭਾਈਚਾਰਾ ਹੈ, ਕਬੀਲਾ ਹੈ, ਪ੍ਰਿਆ ਸਭਨ ਹਿਰਦੇ ਇੱਕ ਇਹ ਅਲੰਬ ਬਸ ਇਹੀ ਸਭ ਦਾ ਆਸਰਾ ਹੈ ਤੇ ਸਾਰਿਆਂ ਦੇ ਨਾਲ ਸਾਰੇ ਇਹਦੇ ਨਾਲ ਪਿਆਰ ਕਰਦੇ ਨੇ, ਇਹਦੇ ਆਸਰੀ ਜਿਉਂਦੇ ਹਨ। ਜਿਮ ਕਿਰਪਨ ਯਤਨ ਕਰ ਧਨ ਉਪਾਏ ਜਿਵੇਂ ਕੋਈ ਕੰਜੂਸ ਆਦਮੀ ਬਹੁਤੇ ਯਤਨ ਕਰਕੇ ਧਨ ਪ੍ਰਾਪਤ ਕਰ ਲਵੇ, ਤਿਮ ਅਧਿਕ ਚਾਹ ਤੇ ਆਨੰਦ ਪਾਏ। ਇਸ ਤਰ੍ਹਾਂ ਬਹੁਤ ਹੀ ਇੱਛਾ ਦੇ ਨਾਲ ਅਰਦਾਸਾਂ ਬੇਨਤੀਆਂ ਕਰ ਕਰਕੇ ਸਪੁੱਤਰ ਨੂੰ ਪ੍ਰਾਪਤ ਕੀਤਾ ਹੈ। ਪ੍ਰਭੂ ਪਾਰ ਬ੍ਰਹਮ ਰਛਕ ਅਕਾਲ ਬਈ ਹੁਣ ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਇਸ ਦਾ ਰੱਖਿਅਕ ਹੋਵੇਗਾ। ਅਬ ਹੋਏ ਸਹਾਏ ਮੁਝ ਪਰ ਕਿਰਪਾਲ ਵਾਹਿਗੁਰੂ ਕਿਰਪਾ ਦਾ ਘਰ ਹੈ, ਉਹ ਮੇਰਾ ਦੇ ਘਰ ਵਿੱਚ ਆਵੇ ਤੇ ਪ੍ਰਸੰਨ ਹੋ ਕੇ ਮੇਰੇ ਸਾਹਿਬਜ਼ਾਦੇ ਦਾ ਦੁੱਖ ਕਸ਼ਟ ਦੂਰ ਕਰ ਦੇਵੇ। ਗੁਰੂ ਨਾਨਕ ਸਿਸ ਨਿਜ ਦਾਸ ਜਾਨ ਫਿਰ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਅਰਦਾਸਾਂ ਕਰਦੀ ਹੈ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਵੀ ਬਹੁਤ ਨੇੜੇ ਆ ਰਿਹਾ ਹੈ ਅਗਲੇ ਹਫ਼ਤੇ, ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਮਾਤਾ ਗੰਗਾ ਜੀ ਅਰਦਾਸਾਂ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਸਾਨੂੰ ਆਪਣੇ ਦਾਸ ਜਾਣ ਕੇ ਹੋਵੋ ਸਹਾਏ ਸਭ ਕਸ਼ਟ ਹਾਨ। ਤੁਸੀਂ ਆ ਕੇ ਅੰਗ ਸੰਗ ਸਹਾਈ ਹੋਵੋ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਤੇ ਸਾਰੇ ਕਸ਼ਟਾਂ ਨੂੰ, ਦੁੱਖਾਂ ਨੂੰ, ਤਕਲੀਫਾਂ ਨੂੰ ਨਾਸ਼ ਕਰ ਦਿਓ। ਸੁਭ ਰਹੋ ਚਾਰ ਲੋਚਨ ਵਿਸਾਲ ਹੁਣ ਨੇਤਰ ਕਈ ਦਿਨਾਂ ਤੋਂ ਬੰਦ ਨੇ, ਦਿਸਦਾ ਕੁਝ ਨਹੀਂ ਹੈ। ਮਾਤਾ ਗੰਗਾ ਜੀ ਨੂੰ ਫਿਕਰ ਹੋ ਗਿਆ ਵੀ ਕਿਧਰੇ ਗੁਰੂ ਮਹਾਰਾਜ ਦੇ ਕੋਈ ਸਰੀਰ ਦੇ ਅੰਗਾਂ ਦਾ ਨੁਕਸਾਨ ਨਾ ਹੋ ਜਾਵੇ। ਐਸਾ ਹੋ ਵੀ ਜਾਂਦਾ ਹੈ, ਇਸੇ ਲਈ ਕਹਿੰਦੀ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਦੇ ਨੇਤਰ ਬਚੇ ਰਹਿਣ, ਕੋਈ ਨੁਕਸਾਨ ਨਾ ਹੋ ਜਾਵੇ, ਕੋਈ ਨਿਗਾਹ ਤੇ ਕੋਈ ਹੋਰ ਉਹਨਾਂ ਦੇ ਅੰਗ ਤੇ ਬੁਰਾ ਪ੍ਰਭਾਵ ਨਾ ਪੈ ਜਾਵੇ। ਨਹਿ ਅੰਗ ਭੰਗ ਕੀਜੈ ਕਿਰਪਾਲ ਹੇ ਗੁਰੂ ਨਾਨਕ ਸਾਹਿਬ ਤੁਸੀਂ ਕਿਰਪਾ ਦੇ ਘਰ ਹੋ, ਇਹ ਸਾਹਿਬਜ਼ਾਦਾ ਤੁਹਾਡਾ ਦਾਸ ਹੈ, ਸੇਵਾਦਾਰ ਹੈ, ਸਾਰਾ ਪਰਿਵਾਰ ਆਪ ਜੀ ਦਾ ਖਿਦਮਤਗਾਰ ਹੈ, ਤੇ ਕਿਰਪਾ ਕਰੋ ਸਾਹਿਬਜ਼ਾਦੇ ਨੂੰ ਰਾਜੀ ਕਰ ਦਿਓ। ਚਿੰਤਾ ਬਿਲੰਦ ਜਿਸ ਕੇ ਰਹੰਤ ਲਓ ਜਿਸ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਹਮੇਸ਼ਾ ਸਾਹਿਬਜ਼ਾਦੇ ਦੀ ਚਿੰਤਾ ਲੱਗੀ ਰਹਿੰਦੀ ਹੈ, ਬਹੁਤਾ ਫਿਕਰ ਕਰ ਰਹੀ ਹੈ। ਬਹੁ ਕਸ਼ਟ ਪੁੱਤਰ ਕੇ ਤਨ ਲਹੰਤ ਕਿਉਂਕਿ ਮਾਤਾ ਸਮਝਦੀ ਹੈ ਵੀ ਮੇਰੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਨੂੰ ਭਾਰੀ ਕਸ਼ਟ ਆ ਰਿਹਾ ਹੈ। ਜੋ ਪ੍ਰਭੂ ਆਪ ਸਭ ਦੁੱਖਨ ਖੋਏ। ਲੋਕ ਕਵੀ ਜੀ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪਰਮੇਸ਼ਰ ਰੂਪ ਸਤਿਗੁਰੂ ਨੇ, ਜੋ ਸਾਰਿਆਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ। ਤਿਸ ਦੇਹ ਕਸ਼ਟ ਅਸ ਹੈ ਨਾ ਕੋਏ। ਇਹਨਾਂ ਨੂੰ ਦੁੱਖ ਕੌਣ ਦੇ ਸਕਦਾ ਹੈ? ਕਿਹੜੀ ਇਹੋ ਜਿਹੀ ਸ਼ਕਤੀ ਹੈ, ਕਿਹੜੀ ਇਹੋ ਜਿਹੀ ਕੋਈ ਮੁਸੀਬਤ ਹੈ ਜਿਹੜੀ ਇਹਨਾਂ ਨੂੰ ਪਰੇਸ਼ਾਨ ਕਰ ਸਕੇ। ਤਦਪ ਜੋ ਧਰਿਓ ਮਾਨੁਖ ਸਰੀਰ ਪਰ ਤਾਂ ਵੀ ਜੋ ਮਨੁੱਖੀ ਸਰੀਰ ਧਾਰਨ ਕੀਤਾ ਹੋਇਆ ਹੈ, ਇਹ ਸਾਡੇ ਸਰੀਰ ਤੇ ਦੁੱਖ ਸੁੱਖ ਤਾਂ ਅਕਸਰ ਆਉਂਦੇ ਹੀ ਹਨ। ਅਨੁਸਾਰ ਤਾਹੇ ਵਰਤ ਹੈ ਸੋ ਧੀਰ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਸੰਸਾਰਕ ਤੇ ਸਰੀਰਕ ਮਰਜ਼ਾਦਾ ਹੈ, ਬੜੇ ਧੀਰਜ ਨਾਲ ਉਹਦੇ ਵਿੱਚ ਵਰਤ ਰਹੇ ਹਨ। ਦਿਨ ਤੀਨ ਬੀਤੇ ਨਿਕਸੀ ਜੋ ਬ੍ਰਿੰਦ। ਲੋ 3 ਦਿਨ ਬੀਤ ਗਏ ਨੇ, ਬੁਖਾਰ ਚੜੇ ਨੂੰ ਮਾਤਾ ਨਿਕਲੀ ਨੂੰ, ਬਹੁਤ ਸੰਘਣੀ ਮਾਤਾ ਨਿਕਲੀ ਹੈ। ਸਭ ਭਰੀ ਊਚ ਹੈ ਕਰ ਬਿਲੰਦ। ਲੋ ਕਹਿੰਦੇ ਨੇ ਜਿਹੜੀ ਮਾਤਾ ਹੈ ਨਾ ਬਹੁਤ ਉੱਚੀ ਹੋ ਗਈ ਹੈ, ਪਾਪ ਪੌੜੀਆਂ ਫਿਣਸੇ ਬੜੇ ਸਿਖਰ ਤੇ ਪਹੁੰਚ ਗਏ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਲੋਹ ਪਾਕ ਇਸ ਤਰ੍ਹਾਂ ਉਹਦੇ ਵਿੱਚ ਭਰ ਗਿਆ, ਬਹੁਤ ਵੱਡੇ ਪ੍ਰਤੀਤ ਹੋਣ ਲੱਗ ਪਏ। ਦੋਹਰਾ ਇਸ ਪ੍ਰਕਾਰ ਪਰਿਵਾਰ ਸਭ ਚਿੰਤਾ ਧਰਤ ਉਦਾਸ। ਇਸ ਢੰਗ ਦੇ ਨਾਲ ਜਿੰਨਾ ਵੀ ਗੁਰੂ ਦਾ ਪਰਿਵਾਰ ਹੈ, ਦਾਸ ਦਾਸੀਆਂ ਨੇ ਤੇ ਨਾਲ ਸਿੱਖ ਸੇਵਕ ਨੇ, ਉਹ ਸਾਰੇ ਦੇ ਸਾਰੇ ਬਹੁਤ ਉਦਾਸ ਨੇ, ਬਹੁਤ ਚਿੰਤਾ ਧਾਰਨ ਕਰਦੇ ਹਨ। ਨਿਸ ਦਿਨ ਪ੍ਰਭੂ ਅਰਾਧ ਤੇ ਸੰਕਟ ਹੋਏ ਵਿਨਾਸ਼। ਤੇ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਇਹ ਜਿਹੜਾ ਕਸ਼ਟ ਆਇਆ ਹੈ ਇਹਨੂੰ ਦੂਰ ਕਰ ਦਿਓ। ਦੋਹਰਾ ਇਤ ਕੁਟੰਬ ਸਭ ਚਿੰਤ ਜੁਤ ਮਹਾਦੇਵ ਤੇ ਆਦ। ਲੋਕ ਕਵੀ ਜੀ ਕਹਿੰਦੇ ਨੇ ਇਧਰ ਸਾਰਾ ਗੁਰੂ ਦਾ ਪਰਿਵਾਰ, ਨਾਦੀ ਪਰਿਵਾਰ ਤੇ ਬਿੰਦੀ ਪਰਿਵਾਰ
ਦੋਵੇਂ ਫਿਕਰਾਂ ਦੇ ਵਿੱਚ ਨੇ। ਤੇ ਮਹਾਦੇਵ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾਤਾ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਾਇਆ ਜੀ, ਉਹ ਵੀ ਬਹੁਤ ਫਿਕਰਮੰਦ ਹਨ। ਚਿਤ ਚਾਹਤ ਹੋਏ ਕੁਸ਼ਲ ਤਨ, ਪੁਨਹ ਬਿਖੈ ਅਹਲਾਦ। ਮਹਾਦੇਵ ਜੀ ਚਾਹੁੰਦੇ ਨੇ ਵੀ ਘਰ ਦੇ ਵਿੱਚ ਸੁਖ ਸ਼ਾਂਤੀ ਵਰਤੇ, ਸਾਹਿਬਜ਼ਾਦੇ ਦੀ ਮਾਤਾ ਹਟ ਜਾਵੇ, ਬਿਮਾਰੀ ਖਹਿੜਾ ਛੱਡ ਦੇਵੇ ਤੇ ਘਰ ਦੇ ਵਿੱਚ ਖੁਸ਼ੀਆਂ ਤੇ ਖੇੜੇ, ਫਿਰ ਆਨੰਦ ਵੇਖੀਏ। ਕਾਦੜੀ ਛੰਦ ਉਤ ਪ੍ਰਿਥੀ ਹਿਰਦੈ ਆਨੰਦ ਧਾਰ। ਉਹ ਪ੍ਰਿਥੀ ਦੀ ਸੋਚ ਸਭ ਨਾਲੋਂ ਵੱਖਰੀ ਹੈ। ਜਦੋਂ ਪ੍ਰਿਥੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸਾਹਿਬਜ਼ਾਦੇ ਨੂੰ ਬੁਖਾਰ ਚੜਿਆ ਤੇ ਮਾਤਾ ਨਿਕਲੀ ਹੈ, ਨੇਤਰ ਬੰਦ ਹੋ ਗਏ ਨੇ, ਉਹ ਬਹੁਤ ਖੁਸ਼ ਹੋਇਆ ਹੈ। ਕਰਮੋ ਸਮੀਪ ਬਾਕਨ ਉਚਾਰ। ਜਿਹੜੀ ਉਹਦੇ ਆਪਦੇ ਘਰ ਵਾਲੀ ਬੀਬੀ ਕਰਮੋ ਸੀ, ਉਹਦੇ ਕੋਲ ਜਾ ਕੇ ਡਿੰਗਾ ਮਾਰਦਾ, ਫੜਾ ਮਾਰਦਾ ਹੈ। ਅਬ ਹੇਰ ਭਇਓ ਜਿਮ ਤਿਨੋ ਆਨੰਦ। ਵੇਖ ਲੈ ਹੁਣ ਕਹਿੰਦੇ ਆਪਣੇ ਸ਼ਰੀਕਾਂ ਦਾ ਹਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਕਰਦਾ। ਹੁਣ ਜੋ ਉਹਨਾਂ ਦੇ ਸਾਹਿਬਜ਼ਾਦੇ ਦਾ, ਉਹਨਾਂ ਦੇ ਲਾਡਲੇ ਦਾ ਜੋ ਹਾਲ ਅੱਜ ਕੱਲ ਹੋਇਆ ਹੈ, ਤੂੰ ਜਾ ਕੇ ਅੱਖੀਂ ਵੇਖ ਸਕਦੀ ਹੈ। ਨਹਿ ਜੀਵਨ ਆਸ ਸੋਖਤ ਬਿਲੰਦ। ਕੋਈ ਉਹਨਾਂ ਦੇ ਜਿਉਣ ਦੀ ਉਮੀਦ ਨਹੀਂ ਬਚੀ, ਬਸ ਹੁਣ ਤੇ ਮੌਤ ਦੀਆਂ ਘੜੀਆਂ ਦੀ ਉਡੀਕ ਕਰ ਰਹੇ ਨੇ। ਇਸ ਵਾਸਤੇ ਜੋ ਮੈਂ ਕਹਿਣਾ ਤੇ ਉਹ ਬਿਲਕੁਲ ਸੱਚ ਹੁੰਦਾ ਹੈ ਤੇ ਬੜੇ ਸ਼ੋਕ ਦੇ ਵਿੱਚ ਸਾਰਾ ਪਰਿਵਾਰ ਗਰਸਿਆ ਹੋਇਆ। ਸਤ ਬਾਕ ਮੋਰ ਅਜੂ ਨਾ ਜਾਣ। ਆਪਦੇ ਘਰ ਵਾਲੇ ਨੂੰ ਭਰੋਸਾ ਦਿੰਦਾ, ਧੀਰਜ ਦਿੰਦਾ, ਕਹਿੰਦਾ ਤੂੰ ਹਾਲੇ ਵੀ ਮੇਰੇ ਬਚਨਾਂ ਨੂੰ ਸੱਚਾ ਕਰਕੇ ਨਹੀਂ ਜਾਣਦੀ। ਜਿਮ ਕਯੋ ਪ੍ਰਥਮ ਮੈਂ ਕੋ ਪਠਾਨ। ਜਿਵੇਂ ਮੈਂ ਗੁੱਸਾ ਧਾਰ ਕੇ ਕੋਈ ਬਚਨ ਪਹਿਲਾਂ ਵੀ ਆਖ ਦਿੱਤਾ ਹੈ ਨਾ, ਉਹ ਪੂਰਾ ਹੁੰਦਾ ਹੈ। ਤਿਮ ਭਈ ਸੀਤਲਾ ਨਿਕਸ ਪੂਰ। ਮੈਂ ਆਖਿਆ ਸੀ ਨਾ ਸਾਹਿਬਜ਼ਾਦਾ ਇਹ ਮਾਤਾ ਦਾ ਖਾਈਆ ਹੈ, ਪਰ ਨਿਕਲੀ ਨਾ ਸੀਤਲਾ, ਲੱਗੀ ਨਾ ਬਿਮਾਰੀ। ਹੁਣ ਵੇਖ ਲੈ ਕੀ ਹਾਲ ਉਹਨਾਂ ਦਾ ਹੋ ਗਿਆ ਹੈ। ਅਬ ਹੋਏ ਮ੍ਰਿਤੂ ਤਿਸ ਕੀ ਜ਼ਰੂਰ। ਲਓ ਮੈਨੂੰ ਇਸ ਗੱਲ ਦਾ ਯਕੀਨ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅਵਸ਼ ਮੌਤ ਹੋ ਜਾਵੇਗੀ। ਮੈਂ ਕਈ ਵਾਰ ਲੀਨੋ ਪਤਿਆਏ। ਆਪ ਦੀ ਵਡਿਆਈ ਆਪ ਹੀ ਕਰੀ ਜਾਂਦਾ ਹੈ, ਕਹਿੰਦਾ ਮੈਂ ਬਹੁਤ ਵਾਰੀ ਪਰਤਿਆ ਕੇ ਅਜਮਾ ਕੇ ਵੇਖ ਲਿਆ ਹੈ। ਮੁਖ ਕਹੋ ਬਾਕ ਨੇ ਨਿਫਲ ਜਾਏ। ਮੈਂ ਜੋ ਵੀ ਮੂੰਹੋਂ ਬਚਨ ਕਹਿਣਾ ਕਦੇ ਨਿਸਫਲ ਤੇ ਜਾਂਦਾ ਹੀ ਨਹੀਂ ਹੈ। ਕੋਈ ਚੱਜ ਦਾ ਬਚਨ ਵੀ ਆਖੇ ਚਲੋ ਮੰਨ ਲਿਆ, ਐਵੇਂ ਕਿਸੇ ਦਾ ਬੁਰਾ ਕਰੀ ਜਾਣਾ, ਬੁਰਾ ਸੋਚੀ ਜਾਣਾ, ਇਹ ਤੇ ਕੋਈ ਚੰਗੀ ਗੱਲ ਨਹੀਂ ਹੁੰਦੀ। ਬਲ ਕਰਾਮਾਤ ਕੋ ਮੋਹਿ ਮਾਹੇ। ਉਹ ਘਰ ਵਾਲੇ ਨੂੰ ਰੋਬ ਨਾਲ ਕਹਿੰਦਾ ਤੈਨੂੰ ਪਤਾ ਮੇਰੇ ਵਿੱਚ ਵੀ ਕਰਾਮਾਤ ਹੈ ਤੇ ਕਰਾਮਾਤ ਦਾ ਬਲ, ਸ਼ਕਤੀ, ਅਜ਼ਮਤ ਦਾ ਬਲ ਮੇਰੇ ਵਿੱਚ ਵੀ ਬਹੁਤ ਹੈ। ਹਰ ਜਨ ਲਖੈ ਇੱਕ ਔਰ ਨਾਹੀ। ਮੇਰੀ ਕਰਾਮਾਤ ਦੇ ਬਲ ਨੂੰ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਹੀ ਜਾਣਦੇ ਨੇ, ਹੋਰ ਨਹੀਂ ਕੋਈ ਸਮਝ ਸਕਦਾ। ਸੋ ਡਰਤ ਰਹਿਤ ਮੋਤੇ ਵਿਸਾਲ। ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸੁਭਾਅ ਸੀ ਦਿਆਲੂ ਕਿਰਪਾਲੂ, ਔਰ ਉਹ ਵੱਡਾ ਹੋਣ ਕਰਕੇ ਪ੍ਰਿਥਵੀ ਦਾ ਮਾਨ ਸਨਮਾਨ ਕਰਦੇ ਸਨ। ਇਸੇ ਲਈ ਪ੍ਰਿਥਵੀ ਹੁਣ ਉਸ ਗੁਣ ਨੂੰ ਕੀ ਕਹਿੰਦਾ ਹੈ, ਕਹਿੰਦਾ ਇਸੇ ਲਈ ਤੇ ਮੇਰੇ ਕੋਲੋਂ ਬਹੁਤ ਡਰਦੇ ਰਹਿੰਦੇ ਹਨ। ਪਦ ਕਰੈ ਬੰਦਨਾ ਮਿਲਨ ਕਾਲ। ਜਦੋਂ ਵੀ ਮੈਨੂੰ ਮਿਲਦੇ ਨੇ ਉਸ ਵੇਲੇ ਮੇਰੇ ਚਰਨਾਂ ਤੇ ਆ ਕੇ ਝੁਕਦੇ ਨੇ, ਮੱਥਾ ਟੇਕਦੇ ਹਨ। ਨਹਿ ਮਹਾਦੇਵ ਤੇ ਭੈ ਕਰੰਤ। ਤੇ ਨਾਲ ਹੀ ਕਹਿੰਦਾ ਮਹਾਦੇਵ ਤਾਂ ਉਹਨਾਂ ਦਾ ਭਰਾ ਹੀ ਹੈ ਨਾ, ਉਹ ਤੋਂ ਬਿਲਕੁਲ ਨਹੀਂ ਡਰਦੇ, ਕਿਉਂਕਿ ਉਹ ਨੇਕ ਨੀਅਤ ਵਾਲਾ ਸੀ, ਸਾਫ਼ ਦਿਲ ਸੀ, ਸ਼ੁੱਧ ਭਾਵਨਾ ਰੱਖਦਾ ਸੀ, ਉਹ ਤੋਂ ਡਰਨ ਦੀ ਲੋੜ ਵੀ ਕੋਈ ਨਹੀਂ ਸੀ। ਹੋਰਾ ਸੁਭਾਉ ਨੈ ਕੁਛ ਬਿਲੰਤ। ਕਿਉਂਕਿ ਮਹਾਦੇਵ ਦਾ ਬਹੁਤ ਭੋਲਾ ਸੁਭਾਅ ਹੈ, ਸਿੱਧਾ ਸਾਦਾ ਨਿਸ਼ਕਪਟ ਹੈ, ਉਹਦੇ ਕੋਲੋਂ ਭੋਰਾ ਵੀ ਨਹੀਂ ਉਹ ਡਰਦੇ। ਸੁਤ ਮਰੇ ਪਿਸ਼ਾਰੀ ਬਨੈ ਦੀਨ। ਲਓ ਮੀਆਂ ਬੀਬੀ ਦੋਵੇਂ ਗੱਲਾਂ ਕਰ ਰਹੇ ਨੇ, ਕਹਿੰਦੇ ਹੁਣ ਜਦੋਂ ਸਾਹਿਬਜ਼ਾਦਾ ਚੜ੍ਹਾਈ ਕਰ ਗਿਆ ਨਾ ਤੇ ਪਿੱਛੋਂ ਬਹੁਤ ਆਜਜ਼ ਨਿਮਾਣੇ ਬਣ ਜਾਣਗੇ। ਉਨ ਨਹੀਂ ਨਿਪਜੈ ਆਸਹੀਨ। ਵੱਡੀ ਉਮਰ ਹੋ ਗਈ ਹੈ, ਫਿਰ ਬਾਅਦ ਵਿੱਚ ਕੋਈ ਪੁੱਤਰ ਹੋਣ ਦੀ ਆਸ ਹੀ ਖਤਮ ਹੋ ਜਾਵੇਗੀ ਤੇ ਫਿਰ ਕੁਝ ਵੀ ਨਹੀਂ ਇਹਨਾਂ ਦੇ ਪਾਸੋਂ ਹੋਵੇਗਾ। ਸੁਨ ਕੰਤ ਬੈਨ ਕਰਮੋ ਸੁਚੈਨ। ਪ੍ਰਿਥਵੀ ਦੇ ਬਚਨ ਸੁਣ ਕੇ ਬੀਬੀ ਕਰਮੋਂ ਵੀ ਉਹ ਜਿਹੇ ਸੁਭਾਅ ਵਾਲੀ ਸੀ, ਕਹਿੰਦੀ ਹਾਂ ਹੁਣ ਮੇਰੇ ਮਨ ਨੂੰ ਕੋਈ ਸ਼ਾਂਤੀ ਮਿਲ ਗਈ ਹੈ। ਔਰ ਹਰਖ ਧਾਰ ਪੁਲ ਫਲ ਨੈਣ। ਤੇ ਉਹ ਬੜੀ ਮਨ ਵਿੱਚ ਖੁਸ਼ੀ ਧਾਰਨ ਕੀਤੀ ਹੈ, ਖੁਸ਼ੀ ਵਿੱਚ ਨੇਤਰ ਵੀ ਇਹਦੇ ਫੁੱਲ ਵਾਂਗੂ ਖਿੜੇ ਹੋਏ ਹਨ। ਇਮ ਬਚਨ ਸਾਜ ਤੁਮਰੋ ਜੇ ਹੋਏ। ਕੀ ਕਹਿੰਦੀ ਆਪ ਪ੍ਰਿਥਵੀ ਨੂੰ, ਕਹਿੰਦੀ ਪਤੀ ਦੇਵ ਜੀ ਜੇ ਤੁਹਾਡੇ ਕਹੇ ਬਚਨ ਜੇ ਕਿਤੇ ਸੱਚੇ ਹੋ ਜਾਣ
ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੜ੍ਹਾਈ ਕਰ ਜਾਣ। ਇਸ ਸਮ ਸ਼ਾਹ ਨਹਿ ਅਪਰ ਕੋਏ। ਇਹਦੇ ਵਰਗੀ ਖੁਸ਼ੀ, ਇਹਦੇ ਵਰਗਾ ਉਤਸ਼ਾਹ ਕੋਈ ਹੋਰ ਸਾਡੇ ਲਈ ਨਹੀਂ ਹੋ ਸਕਦਾ। ਜਿਸ ਨਿਕਟ 20-10 ਗ੍ਰਾਮ ਰਾਜ। ਬੀਬੀ ਕਰਮੋਂ ਕੀ ਕਹਿੰਦੀ ਆ ਵੀ ਜਿਸ ਆਦਮੀ ਦੇ ਕੋਲੇ 10 ਵੀ ਪਿੰਡਾਂ ਦਾ ਰਾਜ ਹੋਵੇ, ਕੁਛ ਪਿੰਡਾਂ ਦਾ ਚੌਧਰੀ ਮਾਲਕੀਆਂ ਨਾ ਹੱਕ ਰੱਖਦਾ ਹੋਵੇ, ਵੱਡ ਹੋਏ ਖਰਚ ਚੁੱਟਿਓ ਸਮਾਜ। ਤੇ ਕਿਸੇ ਵੇਲੇ ਬਹੁਤਾ ਖਰਚ ਲੋੜ ਤੋਂ ਵੱਧ ਕਰ ਬੈਠੇ ਤੇ ਉਹਦਾ ਸਾਰਾ ਸਾਜੋ ਸਾਮਾਨ, ਘਰ-ਬਾਰ, ਰਾਜ ਭਾਗ ਖਤਰੇ ਵਿੱਚ ਪੈ ਜਾਵੇ। ਇਸ ਢਿੱਗ ਚਾਨਕੈ ਬਨ ਸੋ ਜਾਏ। ਤੇ ਉਹਦੇ ਕੋਲੇ ਆ ਕੇ ਕੋਈ ਇਹੋ ਜਿਹਾ ਸਬਬ ਬਣ ਜਾਵੇ, ਕੋਈ ਇਹੋ ਜਿਹੀ ਭਾਵੀ ਵਰਤ ਜਾਵੇ। ਸਭ ਚੱਕਰਵਰਤ ਕੋ ਰਾਜ ਪਾਏ। ਫਿਰ ਉਹ ਨੌਖਣ ਪ੍ਰਿਥਵੀ ਦਾ, ਸਾਰੀ ਧਰਤੀ ਦਾ ਚੱਕਰਵਰਤੀ ਪਾਤਸ਼ਾਹ ਬਣ ਜਾਵੇ, ਜਿਹਦਾ ਚਾਰੇ ਚੱਕਾਂ ਵਿੱਚ, ਚਾਰੇ ਦਿਸ਼ਾ ਦੇ ਵਿੱਚ ਸਾਰੀ ਧਰਤੀ ਤੇ ਹੁਕਮ ਚੱਲਦਾ ਹੋਵੇ। ਇਸ ਬੇਦੋ ਸ਼ਾਹ ਹਮਰੇ ਸੋ ਹੋਏ। ਲੋ ਜੇ ਸਾਹਿਬਜ਼ਾਦਾ ਚੜ੍ਹਾਈ ਕਰ ਜਾਵੇ ਤੇ ਸਾਨੂੰ ਤੇ ਜਿਵੇਂ ਕੋਈ ਚੱਕਰਵਰਤੀ ਰਾਜ ਮਿਲ ਜਾਵੇ, ਸਾਰੀ ਦੁਨੀਆ ਦੀ ਪਾਤਸ਼ਾਹੀ ਮਿਲ ਜਾਵੇ, ਇੰਨੀ ਖੁਸ਼ੀ ਤੇ ਇੰਨਾ ਉਤਸ਼ਾਹ ਸਾਡੇ ਘਰ ਦੇ ਵਿੱਚ ਪੈਦਾ ਹੋਵੇਗਾ। ਗੁਰਤਾ ਸੋ ਪਾਏ ਹਮ ਬੰਸ ਜੋਏ। ਤੇ ਜਿਹੜੀ ਸਾਡੀ ਬੰਸ ਹੈ, ਮਿਹਰਬਾਨ ਪ੍ਰਿਥਵੀ ਦਾ ਪੁੱਤਰ ਸੀ, ਵੀ ਸਾਡੀ ਬੰਸ ਵਿੱਚ ਫਿਰ ਗੁਰਤਾ ਗੱਦੀ ਆ ਜਾਵੇਗੀ। ਸੰਬਤ 1000 ਲਗ ਹੋਏ ਪੂਜ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਤੇ ਹਜ਼ਾਰਾਂ ਸਾਲ ਸਿਰ ਰਹਿਣੀ ਹੈ, ਤੇ ਹਜ਼ਾਰਾਂ ਸਾਲ ਸਾਡੀ ਜਿਹੜੀ ਔਲਾਦ ਹੈ, ਸਾਡੀ ਸੰਤਾਨ ਹੈ, ਸਾਡੀ ਬੰਸ ਹੈ, ਉਹਦੀ ਪੂਜਾ ਹੋਇਆ ਕਰੇਗੀ। ਜਗ ਜੇ ਸਮਾਨ ਨੈ ਔਰ ਦੂਜ। ਇਸ ਗੁਰਤਾ ਗੱਦੀ ਦੇ ਸਮਾਨ ਸੰਸਾਰ ਦੇ ਵਿੱਚ ਹੋਰ ਕੋਈ ਦੂਜੀ ਵਸਤੂ, ਕੋਈ ਪਦਵੀ, ਕੋਈ ਰੁਤਬਾ ਹੈ ਹੀ ਨਹੀਂ ਹੈ। ਕੁਜੰਤ ਪਾਏ ਬਨ ਸਿੱਖ ਬ੍ਰਿੰਦ। ਲੋ ਬਹੁਤ ਸਾਰੇ ਸਿੱਖ ਬਣਨਗੇ ਤੇ ਸਾਡੇ ਚਰਨਾਂ ਨੂੰ ਪੂਜਿਆ ਕਰਨਗੇ। ਬੰਦਾ ਆਨੰਦ ਚੰਦਾ ਮਨਿੰਦ। ਤੇ ਚੰਦਰਮਾ ਵਾਂਗੂ ਸਾਡੀ ਸੰਤਾਨ ਦਾ ਤੇਜ ਪ੍ਰਤਾਪ ਹੋਵੇਗਾ, ਪੂਰਨਮਾਸ਼ੀ ਦੇ ਚੰਦਰਮਾ ਵਾਂਗੂ, ਤੇ ਲੋਕ ਮੱਥਾ ਟੇਕਿਆ ਕਰਨਗੇ, ਦਰਸ਼ਨ ਦੀਦਾਰੇ ਕਰਿਆ ਕਰਨਗੇ। ਇਮ ਚਿਤ ਹੈ ਪਾਪ ਕਿਮ ਹੋਏ ਅਨਰਥ। ਇਹੋ ਆਪਣੇ ਮਨ ਦੇ ਵਿੱਚ ਦੋਨੋਂ ਮੀਆਂ ਬੀਬੀ ਪਾਪ ਚਤਵਰੇ ਨੇ, ਤੇ ਕਿਵੇਂ ਨਾ ਕਿਵੇਂ ਇਹ ਅਨਰਥ, ਇਹ ਉਪਦਰਵ ਹੋ ਜਾਵੇ। ਭਾਵ ਸਾਹਿਬਜ਼ਾਦੇ ਦੀ ਮੌਤ ਚਾਹੁੰਦੇ ਹਨ। ਜਿਮ ਕੇਰ ਠਟਨ ਸਭ ਹੈ ਬਿਅਰਥ। ਪਰ ਕਵੀ ਜੀ ਕਹਿੰਦੇ ਨੇ ਜੋ ਮਰਜੀ ਬੁਰਾ ਸੋਚ ਲੈਣ, ਪਰ ਇਹਨਾਂ ਦਾ ਜੋ ਹੀ ਦਲੀਲ ਧਾਰਨ ਕੀਤੀ ਆ ਸਾਰੀ ਬੇਕਾਰ ਹੋ ਜਾਵੇਗੀ। ਬੜ ਪ੍ਰੀਤ ਪਾਪ ਸੋ ਦਿਵਸ ਰਹਿਣ। ਦਿਨ ਰਾਤ ਇਹਨਾਂ ਦੀ ਪਾਪਾਂ ਦੇ ਨਾਲ ਬਹੁਤ ਪ੍ਰੀਤ ਮੁਹੱਬਤ ਬਣੀ ਹੋਈ ਹੈ। ਪਰ ਹੈ ਸੋ ਨਰਕ ਇਮ ਜਾਨ ਭੈ ਨਾ। ਪਰ ਇਹ ਜਾਣ ਕੇ ਡਰਦੇ ਨਹੀਂ ਵੀ ਸਾਨੂੰ ਅੱਗੇ ਜਾ ਕੇ ਵੀ ਨਰਕਾਂ ਵਿੱਚ ਪੈਣਾ ਪਵੇਗਾ। ਜੇ ਅਸੀਂ ਜਦੋਂ ਕਿਸੇ ਦਾ ਬੁਰਾ ਚਿਤਵਦੇ ਹਾਂ ਤੇ ਵੱਡਾ ਪਾਪ ਹੀ ਹੈ ਨਾ। ਸਤਿਗੁਰੂ ਤਾਂ ਕਹਿੰਦੇ ਨੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਆਦਮੀ ਆਪਣੇ ਦੁੱਖ ਨਾਲ ਓਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਨੂੰ ਵੇਖ ਕੇ ਦੁਖੀ ਹੋ ਜਾਂਦਾ। ਇਹ ਮਨੁੱਖ ਦਾ ਸੁਭਾਅ ਹੀ ਹੈ। ਕਿਸੇ ਦੇ ਔਗੁਣ ਵੇਖਦਾ ਹੈ ਤੇ ਆਪਦੇ ਗੁਣ ਦੇਖਦਾ ਹੈ, ਕਿਸੇ ਦੇ ਸੁੱਖ ਨੂੰ ਦੇਖਦਾ, ਆਪਦੇ ਦੁੱਖ ਨੂੰ ਦੇਖਦਾ ਰਹਿੰਦਾ। ਪਰ ਸਾਨੂੰ ਚਾਹੀਦਾ ਇਹ ਹੈ ਅਸੀਂ ਦੂਜੇ ਦੇ ਗੁਣ ਵੇਖੀਏ ਤੇ ਦੂਜੇ ਨੂੰ ਸੁਖੀ ਦੇਖ ਕੇ ਤੇ ਖੁਸ਼ ਹੋਈਏ। ਪਰ ਸਾਡਾ ਸੁਭਾਅ ਉਲਟਾ ਬਣਿਆ ਹੋਇਆ। ਇਸੇ ਲਈ ਕਵੀ ਜੀ ਕਹਿੰਦੇ ਨੇ ਵੀ ਇਹ ਨਰਕਾਂ ਦੇ ਵਿੱਚ ਜਾਣ ਤੋਂ ਡਰਦੇ ਵੀ ਨਹੀਂ, ਐਸਾ ਮਨ ਦੇ ਵਿੱਚ ਬੁਰਾ ਚਿਤਵ ਰਹੇ ਹਨ। ਇਨ ਕੈ ਆਨੰਦ ਦੁਰ ਦੁਰ ਕਰੰਤ। ਇਹ ਲੋਕ ਲੋਕ ਖੁਸ਼ੀਆਂ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਭਾਵ ਇਹੋ ਜੀਆਂ ਗੱਲਾਂ ਕਰਕੇ ਬੁਰੀਆਂ ਨਖਿਦ ਪਾਪ ਵਾਲੀਆਂ ਖੁਸ਼ ਹੋ ਰਹੇ ਹਨ। ਬਹੁਤ ਦੁਸ਼ਟ ਬੁੱਧ ਪਰ ਦੁਖ ਚਾਹੰਤ। ਇਹਨਾਂ ਦੀ ਬੜੀ ਦੁਸ਼ਟਾਈ ਵਾਲੀ ਬੁੱਧੀ ਹੈ, ਮਲੇਸ਼ਾਂ ਵਾਲੀ ਬੁੱਧੀ ਹੈ ਤੇ ਪਰਾਏ ਦਾ ਦੁੱਖ ਹੀ ਵੇਖਣਾ ਚਾਹੁੰਦੇ ਹਨ। ਇਸ ਲੋਕ ਅਜਸ ਨ ਡਰੈ ਕੂਰ। ਤੇ ਇਹ ਐਸੇ ਝੂਠੇ ਨੇ, ਇਸ ਲੋਕ ਦੇ ਵਿੱਚ ਸਾਡੀ ਨਿੰਦਿਆ ਹੋਵੇਗੀ, ਨਿਰਾਦਰੀ ਹੋਵੇਗੀ। ਲੋਕ ਸਾਡਾ ਅਪਜਸ ਕਰਨਗੇ, ਇਸ ਗੱਲ ਤੋਂ ਵੀ ਡਰਦੇ ਨਹੀਂ। ਪਰ ਲੋਕ ਨਰਕ ਪ੍ਰਾਪਤ ਜ਼ਰੂਰ। ਤੇ ਫਿਰ ਅੱਗੇ ਪ੍ਰਲੋਕ ਵਿੱਚ ਜਾ ਕੇ ਸਾਨੂੰ ਕੁੰਭੀ ਨਰਕ ਵਿੱਚ ਜਾ ਕੇ ਡਿੱਗਣਾ ਪੈਣਾ, ਇਸ ਗੱਲ ਦਾ ਵੀ ਭੈ ਨਹੀਂ ਕਰਦੇ। ਸ੍ਰੀ ਹਰਗੋਬਿੰਦ ਜੀ ਦਿਵਸ ਪੰਚ। ਲੋ ਇਧਰ ਸ਼ਰੀਕ ਇਸ ਤਰ੍ਹਾਂ ਦੀਆਂ ਗੂੰਦਾਂ ਗੁੰਦਦੇ ਨੇ ਤੇ ਦੂਜੇ ਪਾਸੇ ਕਵੀ ਜੀ ਕਹਿੰਦੇ ਨੇ ਸਾਹਿਬਜ਼ਾਦਾ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੀਤਲਾ ਨਿਕਲੇ ਨੂੰ 5 ਦਿਨ ਹੋ ਗਏ। ਦੁਖ ਭਇਓ ਅਧਿਕ ਸੁਖ ਹੈ ਨਾ ਰੰਚ। ਤੇ ਦੁੱਖ ਹੀ ਵੱਧਦਾ ਜਾ ਰਿਹਾ ਹੈ ਤੇ ਰਾਈ ਪਰ ਵੀ ਸੁਖ ਨਹੀਂ ਦਿਖਾਈ ਦੇ ਰਿਹਾ। ਵਿਸਫੋਟ ਭਏ ਇੱਕ ਬਾਰ ਬਿੰਦ। ਲੋਕ ਕਹਿੰਦੇ ਨੇ ਸਾਰੇ ਸਰੀਰ ਤੇ ਬੜੇ ਜ਼ਹਿਰੀਲੇ ਫੋੜੇ ਹੀ ਫੋੜੇ ਭਰ ਗਏ ਹਨ। ਚਮਕੈ ਵਿਸਾਲ ਮੁਕਤਾ ਮਨਿੰਦ। ਲਾਲ ਲਾਲ ਉਹਨਾਂ ਦੇ ਮੂੰਹ ਨੇ ਤੇ ਜਿਵੇਂ ਮੋਤੀ ਹੁੰਦੇ ਨੇ ਨਾ, ਤੇ ਮੋਤੀਆਂ ਵਾਂਗੂ ਉਹ ਪਾਕ ਲਹੂ ਦੇ ਨਾਲ ਭਰੇ ਹੋਏ ਚਮਕ ਰਹੇ ਹਨ। ਨਹਿ ਖਾਨ ਪਾਨ ਨਹਿ ਬਾਖ ਭਾਖ। ਲੋਕ ਕਹਿੰਦੇ ਨੇ ਮਾਤਾ ਗੰਗਾ ਜੀ ਤੇ ਨਾਲ ਹੀ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾ ਤੇ ਕੁਛ ਖਾ ਪੀ ਸਕਦੇ ਨੇ ਤੇ ਨਾ ਹੀ ਕੋਈ ਬਚਨ ਬੋਲ ਸਕਦੇ ਹਨ। ਤੂਸਨ ਰਹੰਤ ਨਹਿ ਖੋਲ ਆਂਖ। ਚੁੱਪਚਾਪ ਹੀ ਰਹਿੰਦੇ ਨੇ ਤੇ ਨੇਤਰ ਵੀ ਬੰਦ ਨੇ ਤੇ ਨੇਤਰ ਵੀ ਕਦੀ ਨਹੀਂ ਖੋਲਦੇ। ਕਰ ਮ੍ਰਿਦਲ ਸੇਜ ਤੂੰ ਲਾਦ ਪਾਏ। ਲੋ ਮਾਤਾ ਗੰਗਾ ਜੀ ਤੇ ਉਹਨਾਂ ਨੂੰ ਬੜੀ ਕੋਮਲ ਸੇਜਾ ਤੇ ਕੋਈ ਰੂੰ ਵਿਛਾ ਕੇ ਕੋਈ ਹੋਰ ਕੋਈ ਪੋਲੀ ਚੀਜ਼ ਵਿਛਾ ਕੇ ਤੇ ਉਹਦੇ ਉੱਤੇ ਸਾਹਿਬਜ਼ਾਦੇ ਨੂੰ ਪਾਉਂਦੇ ਹਨ। ਜਿਸ ਦਿੱਤੀਐ ਮਸੇ ਪਾਸੋਂ ਫਿਰਾਏ। ਤੇ ਗੁਰੂ ਮਹਾਰਾਜ ਤੋਂ ਪਾਸਾ ਵੀ ਨਹੀਂ ਲਿਆ ਜਾਂਦਾ, ਮਸਾਂ ਮਸਾਂ ਪਾਸਾ ਲੈਂਦੇ ਨੇ ਕਿਉਂਕਿ ਸਾਰੇ ਸਰੀਰ ਤੇ ਫੋੜੇ ਫਿਣਸੀਆਂ ਭਰੇ ਪਏ ਨੇ, ਪਾਸਾ ਲਿਆ ਹੀ ਨਹੀਂ ਜਾਂਦਾ, ਬੜੀ ਤਕਲੀਫ ਦੇ ਵਿੱਚ ਹਨ। ਉਹ ਕਹੇ ਅੰਗ ਪਿਲ ਪਿਲ ਕਰੰਤ। ਗੱਲ ਕੀ ਆ, ਕਵੀ ਜੀ ਕਹਿੰਦੇ ਨੇ ਜੇ ਹੱਥ ਨੂੰ ਬਾਹ ਨੂੰ ਲੱਕ ਨੂੰ ਕਿਸੇ ਵੀ ਅੰਗ ਨੂੰ ਹੱਥ ਲਾਉਂਦੇ ਨੇ ਨਾ ਉੱਥੇ ਛਾਲੇ ਭਰੇ ਹੋਏ ਨੇ, ਪਿਲ ਪਿਲ ਕਰਦੇ ਹਨ। ਇੱਕ ਪਾਸ ਪਰੇ ਫਿਰ ਚਿਰਲੋ ਬਿਤੰਤ। ਲੋਕ ਇੱਕੋ ਪਾਸੇ ਪਏ ਕਾਫੀ ਸਮਾਂ ਬਤੀਤ ਕਰ ਦਿੰਦੇ ਨੇ ਕਿਉਂਕਿ ਪਾਸਾ ਲਿਆ ਹੀ ਨਹੀਂ ਜਾਂਦਾ। ਸਰੀਰ ਨੂੰ ਬੜਾ ਕਸ਼ਟ ਮਹਿਸੂਸ ਹੋ ਰਿਹਾ ਹੈ। ਇਕ ਮਾਤ ਗੰਗ ਚਿੰਤਾ ਬਿਲੰਦ। ਮਾਤਾ ਗੰਗਾ ਜੀ ਨੂੰ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਾਲਤ ਵੇਖ ਕੇ ਬਹੁਤ ਹੀ ਚਿੰਤਾ ਸਤਾ ਰਹੀ ਹੈ। ਸਤਿਗੁਰ ਸਹਾਏ ਹੋਇ ਆਨੰਦ ਕੰਦ। ਤੇ ਨਾਲ ਹੀ ਅਰਦਾਸਾਂ ਬੇਨਤੀਆਂ ਕਰਦੀ ਹੈ ਵੀ ਸਤਿਗੁਰੂ ਅੰਗ ਸੰਗ ਸਹਾਈ ਹੋਣ ਕਿਉਂਕਿ ਸਤਿਗੁਰੂ ਆਨੰਦ ਦੇ ਕੰਦ ਦਾਤਾ ਹਨ। ਮੈਂ ਦੀਨ ਬਹੁਤ ਇਹ ਦਰਬ ਮੋਰ। ਮਾਤਾ ਗੰਗਾ ਅਰਦਾਸਾਂ ਕਰਦੀ ਸੱਚੇ ਪਾਤਸ਼ਾਹ ਮੈਂ ਤੇ ਬਹੁਤ ਗਰੀਬਣੀ ਹਾਂ ਤੇ ਮੇਰਾ ਤਾਨੀ ਮੇਰਾ ਸਾਹਿਬਜ਼ਾਦਾ ਹੈ। ਦੁਖ ਹਰੋ ਆਪ ਹੋਏ ਅਧਿਕ ਘੋਰ। ਇਹ ਬੜਾ ਭਿਆਨਕ ਦੁੱਖ ਕਸ਼ਟ ਆ ਗਿਆ ਹੈ ਸਾਹਿਬਜ਼ਾਦੇ ਤੇ ਕਿਰਪਾ ਕਰੋ ਤੁਸੀਂ ਮਹਾਰਾਜ ਇਸ ਨੂੰ ਨਾਸ ਕਰ ਦਿਓ। ਕਰੁਣਾ ਨਿਧਾਨ ਜ਼ਾਹਰ ਜਹਾਨ। हे ਵਾਹਿਗੁਰੂ ਜੀ ਤੁਸੀਂ ਕਿਰਪਾ ਦੇ ਖਜ਼ਾਨੇ ਸਾਰੇ ਸੰਸਾਰ ਵਿੱਚ ਬੜੇ ਜ਼ਾਹਰ ਪ੍ਰਸਿੱਧ ਹੋ। ਦੀਨਾਨਾਥ ਸੁਖ ਕਰ ਸੁਜਾਨ। ਤੁਸੀਂ ਦੀਨਾਂ ਦੇ ਨਾਥ ਬੰਧੂ ਹੋ, ਦੀਨਾਂ ਦੇ ਸੁਆਮੀ ਹੋ ਤੇ ਸੁਜਾਨ ਬਹੁਤ ਦਾਨਸ਼ਵਰ ਤੇ ਬਹੁਤ ਸੁਗੜ ਸੁਜਾਨ ਤੇ ਸੁਖ ਕਰੋ। ਦਿਨ ਰੈਨ ਬੈਨ ਬਿਨ ਚੈਨ ਏਵ। ਦਿਨ ਰਾਤ ਮਾਤਾ ਜੀ ਬਿਨਾਂ ਚੈਨ ਤੋਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਾਰਥਨਾ ਕਰਦੇ ਰਹਿੰਦੇ ਹਨ। ਗੰਗਾ ਭਨੰਤ ਜਸ ਦੇਵ ਦੇਵ। ਜੋ ਦੇਵਤਿਆਂ ਦੇ ਦੇਵ ਪੂਜਨੀਕ ਹੈ ਅਕਾਲ ਪੁਰਖ ਜਾਂ ਗੁਰ ਜੈਸਾ ਨਾਹੀ ਕੋ ਦੇਵ। ਦੇਵਤਿਆਂ ਦੇ ਵੀ ਪੂਜ ਗੁਰੂ ਨਾਨਕ ਸਾਹਿਬ ਦਾ ਜਸ ਕਰਦੀ ਰਹਿੰਦੀ ਹੈ। ਹੀਰ ਗੁਸਾਸ ਲੈ ਬਾਰ ਬਾਰ। ਤੇ ਸਾਹਿਬਜ਼ਾਦੇ ਦੀ ਹਾਲਤ ਵੇਖੀ ਨਹੀਂ ਜਾਂਦੀ। ਕਈ ਵਾਰੀ ਮਾਤਾ ਜੀ ਵੈਰਾਗ ਦੇ ਵਿੱਚ ਹੌਂਕੇ ਵੀ ਲੈਂਦੇ ਨੇ, ਰੋਣ ਵੀ ਲੱਗ ਜਾਂਦੇ ਹਨ। ਤੇਗ ਭਰਤ ਡਰਤ ਬੋ ਬੂੰਦ ਬਾਰ। ਤੇ ਨੇਤਰਾਂ ਵਿੱਚ ਜਲ ਭਰਿ ਆਉਂਦਾ ਹੈ ਤੇ ਬਾਰ-ਬਾਰ ਜਿਹੜੀਆਂ ਬੂੰਦਾਂ ਥੱਲੇ ਡਿੱਗਦੀਆਂ ਹਨ। ਸੁਤ ਅੰਗ ਬਿਲੋਕਤ ਟੱਕ ਲਗਾਏ। ਲੋਕ ਕਵੀ ਜੀ ਕਹਿੰਦੇ ਨੇ ਇੱਕ ਟੱਕ ਨਿਗਾਹ ਲਾ ਕੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਵੇਖਦੀ ਰਹਿੰਦੀ ਹੈ। ਕਬ ਅਵਨ ਪਿਖੈ ਨਿਸ਼ਚਲ ਰਹਾਏ। ਤੇ ਕਦੇ ਮਾਤਾ ਗੰਗਾ ਜੀ ਧਰਤੀ ਵੱਲ ਦੇਖਣ ਲੱਗ ਜਾਂਦੇ ਨੇ ਕਿਉਂਕਿ ਮਾਤਾ ਜੀ ਬਹੁਤ ਫਿਕਰ ਵਿੱਚ ਨੇ, ਬੜੀ ਉਦਾਸੀ ਵਿੱਚ ਨੇ। ਕਦੇ ਸਾਹਿਬਜ਼ਾਦੇ ਦੇ ਅੰਗਾਂ ਵੱਲ ਤੱਕਦੇ ਨੇ, ਕਦੀ ਬਾਂਹ ਕਦੀ ਲੱਤ ਕਦੇ ਮੂੰਹ ਵੱਲ ਚਿਹਰੇ ਵੱਲ ਤੱਕਦੇ ਨੇ ਤੇ ਕਦੇ ਧਰਤੀ ਵੱਲ ਦੇਖਣ ਲੱਗ ਜਾਂਦੇ ਨੇ ਵੀ ਕਿਹੋ ਜੀ ਹਾਲਤ ਬਣ ਚੁੱਕੀ ਹੈ। ਬਹੁ ਭਈ ਦੂਬਰੀ ਦੇਹ ਜਾਹੇ। ਬਸ ਮਾਤਾ ਗੰਗਾ ਜੀ ਨੂੰ ਖਾਣਾ ਪੀਣਾ ਭੁੱਲ ਗਿਆ ਤੇ ਦੇਹ ਵੀ ਬਹੁਤ ਕਮਜ਼ੋਰ ਹੋ ਗਈ ਹੈ। ਰਹਿ ਬੈਠ ਨਿਕਟ ਮੁਖ ਮੋਨ ਤਾਹੇ। ਬਸ ਮਾਤਾ ਗੰਗਾ ਜੀ ਚੁੱਪਚਾਪ ਖਾਮੋਸ਼ ਹੋ ਕੇ ਸਾਹਿਬਜ਼ਾਦੇ ਕੋਲ ਬੈਠੇ ਰਹਿੰਦੇ ਨੇ।
ਜਿਵੇਂ ਕੋਈ ਪੱਥਰ ਦੀ ਮੂਰਤੀ ਹੁੰਦੀ ਉਸ ਤਰ੍ਹਾਂ ਦਾ ਸੁਭਾਅ ਬਣ ਗਿਆ। ਹਿਮ 5 ਦਿਵਸ ਲਗ ਦੁਖ ਵਿਸਾਲ। ਲੋਕ ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ 5 ਦਿਨ ਬੀਤ ਗਏ ਨੇ, ਸਾਹਿਬਜ਼ਾਦੇ ਨੂੰ ਬੜਾ ਭਾਰੀ ਦੁੱਖ ਸਹਾਰਨਾ ਪੈ ਰਿਹਾ ਹੈ। ਸਭ ਕੁਟੰਬ ਦਾਸ ਦਾਸੀਨ ਜਾਲ। ਜਿੰਨਾ ਗੁਰੂ का ਪਰਿਵਾਰ ਹੈ, ਦਾਸ ਦਾਸੀਆਂ ਨੇ, ਸੇਵਾਦਾਰ ਨੇ, ਨਾਦੀ ਬਿੰਦੀ ਸੰਤਾਨ ਹੈ, ਉਹ ਸਾਰੇ ਬੜੇ ਦੁਖੀ ਹੋ ਰਹੇ ਹਨ। ਨੈ ਕਰਤ ਕੋਏ ਰੁਚ ਸੋ ਆਹਾਰ। ਲੋਕ ਕਿਸੇ ਨੂੰ ਰੁਚੀ ਦੇ ਨਾਲ ਭੋਜਨ ਛਕਣ ਨੂੰ ਵੀ ਦਿਲ ਨਹੀਂ ਕਰਦਾ, ਸਾਰੇ ਬੜੇ ਉਦਾਸ ਜੇ ਰਹਿੰਦੇ ਹਨ। ਉਦ ਬਿਗਨਰ ਦੇ ਕਰ ਨਾਏ ਸੰਭਾਰ। ਤੇ ਉਹਨਾਂ ਦੇ ਹਿਰਦੇ ਵਿੱਚ ਬੜੀ ਉਦਾਸੀ ਹੈ, ਮਾਯੂਸੀ ਛਾਈ ਹੋਈ ਹੈ, ਤੇ ਕਿਸੇ ਨੂੰ ਆਪਣੇ ਸਰੀਰ ਦੀ ਸੰਭਾਲ ਦਾ ਫਿਕਰ ਹੀ ਨਹੀਂ ਹੈ। ਨਿਸ ਮੈਂ ਨਾ ਸੁਪਤ ਬਹੁ ਰਹਿਤ ਜਾਗ। ਉਹ ਰਾਤ ਨੂੰ ਵੀ ਸੌਂਦੇ ਨੇ, ਦਾਸ ਦਾਸੀਆਂ, ਮਾਤਾ ਗੰਗਾ ਜੀ, ਗੁਰੂ ਦਾ ਪਰਿਵਾਰ, ਤੇ ਬਹੁਤੇ ਜਾਗਦੇ ਹੀ ਰਹਿੰਦੇ ਹਨ। ਕਰ ਗੰਗ ਪੁੱਤਰ ਬਾਤੈ ਸੁਹਾਗ। ਤੇ ਨਾਲ ਹੀ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਵੀ ਹੁਣ ਸਾਹਿਬਜ਼ਾਦੇ ਦੇ ਉੱਤੇ ਕਦੋਂ ਸਤਿਗੁਰੂ ਦੀ ਕਿਰਪਾ ਹੋਵੇਗੀ, ਕਦੋਂ ਬੁਖਾਰ ਲੱਥੇਗਾ, ਕਦੋਂ ਚੇਚਕ ਹਟੇਗੀ, ਕਦੋਂ ਬਿਮਾਰੀ ਖਹਿੜਾ ਛੱਡੇਗੀ, ਇਹੀ ਗੱਲਾਂ ਕਰਦੇ ਰਹਿੰਦੇ ਹਨ। ਗੁਰ ਅਰਜਨ ਟਿਕ ਭਾਖਤ ਜਾਏ। ਲੋਕ ਕਈ ਵਾਰੀ ਦਾਸ ਦਾਸੀਆਂ, ਗੁਰਸਿੱਖ, ਮਾਤਾ ਗੰਗਾ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਵੀ ਬੇਨਤੀਆਂ ਕਰਦੇ ਹਨ। ਦਿਨ ਰੈਨ ਗੰਗ ਨੈ ਅਸਨ ਖਾਏ। ਸੇਵਾਦਾਰ ਜਾ ਕੇ ਦੱਸਦੇ ਨੇ ਗੁਰੂ ਮਹਾਰਾਜ ਨੂੰ ਕਿ ਮਾਤਾ ਗੰਗਾ ਜੀ ਨਾ ਦਿਨੇ ਨਾ ਰਾਤ ਨੂੰ ਭੋਜਨ ਨਹੀਂ ਛਕਦੇ। ਕਿਉਂ? ਸਾਹਿਬਜ਼ਾਦੇ ਦੀ ਫਿਕਰ ਦੇ ਵਿੱਚ ਉਹਨਾਂ ਨੂੰ ਭੁੱਖ ਲੱਗਣੋਂ ਹਟ ਗਈ ਹੈ ਤੇ ਭੋਜਨ ਲੰਗਰ ਪਾਣੀ ਛਕਣੋਂ ਵੀ ਹਟ ਗਏ ਹਨ। ਸੁਨ ਦੇਤ ਧੀਰ ਨੈ ਕਰੋ ਤਰਾਸ। ਗੁਰੂ ਅਰਜਨ ਦੇਵ ਮਹਾਰਾਜ ਸੁਣ ਕੇ ਧੀਰਜ ਦਿੰਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਮਾਤਾ ਗੰਗਾ ਜੀ ਨੂੰ ਆਖਦੇ ਨੇ ਤੁਸੀਂ ਡਰੋ ਨਾ। ਇੱਕ ਪਰ ਬ੍ਰਹਮ ਕੀ ਧਰੋ ਆਸ। ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਸ ਰੱਖੋ, ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ। ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਜਦੋਂ ਇੱਕ ਤੇ ਭਰੋਸਾ ਕਰ ਲਈਏ ਤੇ ਵਾਹਿਗੁਰੂ ਸਾਡੀ ਅਰਦਾਸ ਪੂਰੀ ਕਰ ਦਿੰਦਾ ਹੈ। ਗੁਰੂ ਨਾਨਕ ਇਨਕੇ ਨਿਤ ਸਹਾਏ। ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਧੀਰਜ ਦਿੰਦੇ ਨੇ, ਘਬਰਾਓ ਨਾ, ਵੀ ਗੁਰੂ ਨਾਨਕ ਸਾਹਿਬ ਇਹਨਾਂ ਦੇ ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਮੇਸ਼ਾ ਲਈ ਸਹਾਇਕ ਹਨ। ਜਿਨ ਨਾਮ ਜਪੇ ਸਭ ਕਸ਼ਟ ਜਾਏ। ਜਿਸ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਿਆਂ ਸਾਰੇ ਦੁੱਖ ਮਿਟ ਜਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਹੀ ਐਸੀ ਬਰਕਤ ਹੈ, ਐਸੀ ਅਜ਼ਮਤ ਹੈ। ਗੁਰੂ ਦਾ ਨਾਮ ਲਿਆ ਸਾਰੇ ਦੁੱਖ ਕਸ਼ਟ ਮਿਟ ਜਾਂਦੇ ਹਨ। ਬਹੁ ਇਸ ਪ੍ਰਕਾਰ ਤਿਸ ਕੋ ਸੁਨਾਏ। ਇਉਂ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਬਚਨ ਕਹਿ ਕੇ ਧੀਰਜ ਦਿੰਦੇ ਹਨ। ਹੈ ਏਕ ਪੁੱਤਰ ਕਿਮ ਚੈਨ ਪਾਏ। ਪਰ ਕਵੀ ਜੀ ਕਹਿੰਦੇ ਨੇ ਹੁਣ ਇੱਕੋ ਇੱਕ ਇਕਲੌਤਾ ਪੁੱਤਰ ਹੈ, ਸਾਹਿਬਜ਼ਾਦਾ ਹੈ। ਮਾਤਾ ਗੰਗਾ ਜੀ ਦੇ ਸਾਹਮਣੇ ਜੋ ਉਹਨਾਂ ਦੀ ਦਸ਼ਾ ਹੈ ਵੇਖ ਕੇ ਕਿਵੇਂ ਉਹਨਾਂ ਨੂੰ ਚੈਨ ਮਿਲੇ। ਜਬ ਦਿਵਸ ਖਸ਼ਟਮ ਭਾਵ ਤੀਤ। ਲੋਕ ਕਵੀ ਜੀ ਕਹਿੰਦੇ ਨੇ 5 ਦਿਨ ਤਾਂ ਮਾਤਾ ਦਾ ਬੜਾ ਪ੍ਰਕੋਪ ਦਿਖਾਈ ਦਿੱਤਾ, ਪਰ ਜਦੋਂ 6ਵਾਂ ਦਿਨ ਬਤੀਤ ਹੋਇਆ ਹੈ ਇਸ ਰਾਤ ਫਿਰੀ ਮੁਰਝਾਨ ਕੀਤ। ਉਸ ਦਿਨ ਫਿਰ ਇਸ ਬਿਮਾਰੀ ਤੋਂ ਮਾਤਾ ਤੋਂ ਮੋੜਾ ਪਿਆ, ਭਾਵ ਥੋੜਾ ਬਹੁਤ ਰਾਹਤ ਮਿਲੀ ਹੈ। ਤਬ ਭਈ ਪ੍ਰਾਤ ਉਦਯੰਤ ਪਹਾਨ। ਜਦੋਂ 6ਵਾਂ ਦਿਨ ਚੜ੍ਹਨ ਲੱਗਿਆ, ਸੁਬਹ ਦਾ ਵਕਤ ਸੀ, ਸੂਰਜ ਉਦੇ ਹੋਇਆ। ਸ੍ਰੀ ਹਰਗੋਬਿੰਦ ਅਖੀਆਂ ਮਹਾਨ। 6ਵੇਂ ਦਿਨ ਜਾ ਕੇ ਸਾਹਿਬਜ਼ਾਦੇ ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇਤਰ ਥੋੜੇ ਜਿਹੇ ਖੁੱਲੇ। ਵਿਕਸੇ ਵਿਸਾਲ ਜਨ ਕਮਲ ਪੱਤਰ। 6ਵੇਂ ਦਿਨ ਜਾ ਕੇ ਨੇਤਰ ਖੁੱਲੇ ਨੇ ਤੇ ਮਾਨੋ ਕਮਲ ਦੇ ਫੁੱਲ, ਕਮਲ ਦੀਆਂ ਪੰਖੜੀਆਂ ਖਿੜ ਪਈਆਂ ਹਨ। ਇਕ ਮਾਤੇ ਆਨੰਦ ਅਤ ਭਾਵ ਚਿੱਤਰ। ਤੇ ਜਦੋਂ ਮਾਤਾ ਗੰਗਾ ਜੀ ਨੇ 6ਵੇਂ ਦਿਨ ਸਾਹਿਬਜ਼ਾਦੇ ਦੇ ਨੇਤਰ ਵੇਖੇ ਨਾ ਖੁੱਲੇ, ਬੜਾ ਬਚਿੱਤਰ, ਬੜਾ ਅਨੋਖਾ ਆਨੰਦ, ਬੜੀ ਖੁਸ਼ੀ ਉਹਨਾਂ ਨੂੰ ਪ੍ਰਤੀਤ ਹੋਈ। ਕੁਛ ਪਾਪ ਰੋਸ ਦ੍ਰਿਗ ਰਹਿ ਅਦੋਸ਼। ਮਾਤਾ ਜੀ ਨੂੰ ਕੁਝ ਵਿਸ਼ਵਾਸ ਪੈਦਾ ਹੋਇਆ ਵੀ ਅਕਾਲ ਪੁਰਖ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ ਹੈ। ਸਾਹਿਬਜ਼ਾਦੇ ਦੇ ਦੋਨੋਂ ਨੇਤਰ ਅਦੋਸ਼ ਤੋਂ ਭਾਵ ਹੈ ਦੋਸ਼ ਤੋਂ ਰਹਿਤ ਹੋ ਸਹੀ ਸਲਾਮਤ ਸਾਬਤ ਰਹਿ ਗਏ ਹਨ। ਸੁਤ ਕੋ ਸਰੀਰ ਕੀ ਆਏ ਨਾ ਹੋਸ਼।
ਕਿਉਂਕਿ ਪੁੱਤਰ ਨੂੰ ਕਈ ਦਿਨਾਂ ਤੋਂ ਸਰੀਰ ਦੀ ਹੋਸ਼ ਨਹੀਂ ਸੀ ਆ ਰਹੀ, ਪਰ ਹੌਲੀ ਹੌਲੀ ਹੁਣ ਸਰੀਰ ਦੀ ਵੀ ਹੋਸ਼ ਆਉਣ ਲੱਗ ਪਈ ਹੈ। ਕੁਛ ਅਲਪਕੀਨ ਮੁਖ ਖਾਨ ਪਾਨ। ਲੋ 6ਵੇਂ ਦਿਨ ਜਾ ਕੇ ਮਾਤਾ ਗੰਗਾ ਜੀ ਨੇ ਥੋੜਾ ਜਿਹਾ ਭੋਜਨ ਕੋਈ ਆਪਣਾ ਸਰੀਰ ਦੇ ਨਿਰਵਾਹ ਲਈ ਛਕਿਆ ਹੈ। ਦੇਖ ਸਭ ਕੁਟੰਬ ਵੱਡ ਮੋਦ ਠਾਨ। ਤੇ ਸਾਰਾ ਗੁਰੂ ਦਾ ਪਰਿਵਾਰ ਜਦੋਂ 6ਵੇਂ ਦਿਨ ਨੇਤਰ ਖੁੱਲੇ ਨੇ, ਕੁਛ ਮਾਤਾ ਨੂੰ ਮੋੜਾ ਪਿਆ ਹੈ ਤੇ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਪੈਦਾ ਹੋ ਗਈ। ਔਰ ਭੇਸ ਧੀਰ ਬੋਲੰਤ ਪ੍ਰਸੰਨ। ਲਓ ਹੁਣ ਗੁਰੂ ਮਹਾਰਾਜ ਦਾ ਹਿਰਦਾ ਵੀ ਸ਼ਾਂਤ ਹੋ ਗਿਆ ਹੈ, ਬੜੇ ਧੀਰਜ ਦੇ ਨਾਲ, ਤੇ ਗੁਰੂ ਮਹਾਰਾਜ ਪ੍ਰਸੰਨ ਹੋ ਕੇ ਬੋਲਣ ਲੱਗ ਪਏ। ਸਭ ਕਹੈ ਗੁਰੂ ਨਾਨਕ ਸੋ ਧੰਨ। ਲੋ ਜਿੰਨੇ ਵੀ ਸਿੱਖ ਸੇਵਕ ਨੇ, ਮਾਤਾ ਗੰਗਾ ਜੀ, ਸਾਰੀਆਂ ਸੰਗਤਾਂ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਇਹ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ। ਵੀ ਗੁਰੂ ਮਹਾਰਾਜ ਦਾ ਹੁਣ ਸਾਰਾ ਬੁਖਾਰ ਵੀ ਤੇ ਜਿਹੜੀ ਚੇਚਕ ਦੀ ਬਿਮਾਰੀ ਸੀ ਦੂਰ ਹੋ ਗਈ ਹੈ। ਕੁਛ ਅਲਪਕੀਨ ਮੁਖ ਖਾਨ ਪਾਨ। ਲਓ 6ਵੇਂ ਦਿਨ ਤੋਂ ਬਾਅਦ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਥੋੜਾ ਬਹੁਤ ਭੋਜਨ ਜੋ ਕੁਝ ਉਸ ਵੇਲੇ ਦੇ ਡਾਕਟਰਾਂ ਨੇ ਆਖਿਆ ਉਹ ਛਕਿਆ ਹੈ। ਦੁੱਖ ਸਮੇਂ ਆਨ ਹੋਏ ਸਹਾਏ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁੱਖ ਦੇ ਸਮੇਂ ਆ ਕੇ ਸੇਵਕਾਂ ਦੇ ਸਹਾਇਕ ਬਣੇ ਹਨ। ਨਿਜ ਦਾਸ ਜਾਨ ਲੀਨਸ ਬਚਾਏ। ਆਪਣਾ ਦਾਸ ਸੇਵਕ ਜਾਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦੇ ਨੂੰ ਬਚਾ ਲਿਆ ਹੈ। ਸੁਨ ਮਹਾਦੇਵ ਸੁਧ ਹੇਤ ਆਏ। ਲਓ ਜਦੋਂ ਮਹਾਦੇਵ ਜੀ ਨੂੰ ਪਤਾ ਲੱਗਿਆ, ਉਹ ਦਿਲੋਂ ਸਨੇਹ ਕਰਦੇ ਸਨ ਤੇ ਉਹਨਾਂ ਦੇ ਹਿਰਦੇ ਵਿੱਚ ਭਾਵਨਾ ਤੇ ਪ੍ਰੇਮ ਵੀ ਸੀ। ਮਹਾਦੇਵ ਜੀ ਨੂੰ ਜਦੋਂ ਪਤਾ ਲੱਗਿਆ, ਉਹ ਖਬਰ ਸਾਹ ਲੈਣ ਵਾਸਤੇ ਆਏ। ਨਿਤ ਚਿੰਤ ਕਰਤ ਸੁਖ ਕੋ ਮਨਾਏ। ਉਹ ਵੀ ਬੜੀ ਚਿੰਤਾ ਕਰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਬਈ ਸਾਹਿਬਜ਼ਾਦੇ ਦਾ ਹੁਣ ਬੁਖਾਰ ਵੀ ਲੈ ਗਿਆ, ਮਾਤਾ ਨੂੰ ਵੀ ਮੋੜ ਪੈ ਗਿਆ ਤੇ ਨੇਤਰ ਖੋਲ ਲਏ ਨੇ, ਉਹਨਾਂ ਨੇ ਵੀ ਸੁਖ ਮਨਾਈ, ਸਤਿਗੁਰੂ ਦਾ ਸ਼ੁਕਰਾਨਾ ਕੀਤਾ। ਗੁਰ ਅਰਜਨ ਢਿਗ ਬੈਠਿਓ ਸੋ ਆਏ। ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆ ਕੇ ਬੈਠ ਗਏ। ਕਰਨ ਮੋ ਸਹਿਤ ਆਦਰ ਬਿਠਾਏ। ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਗੁਰੂ ਮਹਾਰਾਜ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਹਾਦੇਵ ਜੀ ਨੂੰ ਕੋਲ ਬੈਠਾਇਆ। ਸੁਧ ਦੇਹੋ ਬਾਲਕੀ ਸੁਖ ਸਰੀਰ। ਮਹਾਦੇਵ ਜੀ ਪੁੱਛਦੇ ਨੇ, ਸਾਹਿਬਜ਼ਾਦੇ ਦੀ ਸੁਖ ਸੰਦ ਦੱਸੋ, ਕਿਵੇਂ ਹੁਣ ਸਿਹਤ ਠੀਕ ਹੈ, ਬੁਖਾਰ ਲੈ ਗਿਆ ਹੈ, ਕੋਈ ਰਾਹਤ ਮਿਲੀ ਹੈ? ਹਮ ਸੁਨੀ ਅਬ ਹੈ ਮਿਟ ਗਈ ਸੋ ਪੀਰ। ਤੇ ਕਿਉਂਕਿ ਮੈਂ ਸੁਣਿਆ ਹੋਰ ਸਿੱਖਾਂ ਤੋਂ, ਹੋਰ ਬੰਦਿਆਂ ਤੋਂ ਵੀ ਗੁਰੂ ਮਹਾਰਾਜ ਦੀ ਪੀੜਾ ਹੁਣ ਮਿਟ ਗਈ ਹੈ, ਤਕਲੀਫ ਘਟ ਗਈ ਹੈ। ਇਸ ਫੋਟ ਐ ਕਿਸ ਵਿਦ ਬਤਾਏ। ਲੋਣ ਜਿਹੜੇ ਫੋੜੇ ਨਿਕਲੇ ਸਨ, ਕੀ ਹੁਣ ਉਸੇ ਤਰ੍ਹਾਂ ਹੀ ਨੇ ਜਾਂ ਉਹ ਹਟ ਗਏ ਹਨ? ਵਰ ਬਚੇ ਨੇਤਰ ਸਭ ਮੁਖ ਸੁਹਾਏ। ਕਿਉਂਕਿ ਪਚਿਆ ਵੀ ਨੇਤਰ ਤਾਂ ਬਚ ਗਏ ਨੇ ਤੇ ਸਤਿਗੁਰੂ ਮਹਾਰਾਜ ਦਾ ਸੋਹਣਾ ਮੁਖ ਬੜਾ ਸੁਭਾਈ ਮਨ ਦਿਖਾਈ ਦੇ ਰਿਹਾ ਹੈ। ਸੁਨ ਸ਼੍ਰੋਣ ਗੁਰੂ ਅਰਜਨ ਭਨੰਤ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੰਨੀ ਬਚਨ ਸੁਣ ਕੇ ਮਹਾਦੇਵ ਜੀ ਦੀ ਅੱਗੋਂ ਜਵਾਬ ਦਿੰਦੇ ਹਨ। ਤੁਮ ਹੋ ਵਿਸਾਲ ਕਰੁਣਾ ਕਰੰਤ। ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਬਈ ਤੁਸੀਂ ਵੱਡੇ ਹੋ ਮਹਾਦੇਵ ਜੀ, ਤੁਸੀਂ ਸਾਡੇ ਤੇ ਬੜੀ ਕਿਰਪਾ ਕਰਦੇ ਰਹਿੰਦੇ ਹੋ। ਤੈ ਸਕਲ ਕੁਸ਼ਲ ਸਹਜੇ ਸੁਭਾਏ। ਜਿੱਥੇ ਵੱਡਿਆਂ ਦੀ ਮਿਹਰ ਹੋ ਜਾਵੇ ਤੇ ਫਿਰ ਉਸ ਘਰ ਦੇ ਸੁਤੇ ਸੇ ਦੀ ਸੁਖ ਸ਼ਾਂਤੀ ਵਰਤ ਜਾਂਦੀ ਹੈ। ਉਪਜੰਤ ਮੋਦ ਨੈ ਵਿਗਨ ਆਏ। ਉਸ ਘਰ ਦੇ ਵਿੱਚ ਆਨੰਦ ਖੁਸ਼ੀਆਂ ਖੇੜੇ ਪ੍ਰਗਟ ਹੁੰਦੇ ਨੇ, ਕੋਈ ਵਿਘਨ ਨਹੀਂ ਆ ਸਕਦਾ। ਅਬ ਮੁਰੀ ਸੀਤਲਾ ਸਭ ਸਰੀਰ। ਜਿਹੜੀ ਚੇਚਕ ਦੀ ਬਿਮਾਰੀ ਸੀ ਨਾ, ਤੇ ਉਹ ਮੋੜਾ ਪਾ ਗਈ ਹੈ, ਭਾਵ ਹੁਣ ਉਹ ਖਤਮ ਹੋਣ ਤੇ ਆ ਗਈ ਹੈ। ਮੁਰਝਾਏ ਸਕਲ ਵਿਸਫੋਟ ਪੀਰ। ਜਿਹੜੇ ਬੜੇ ਜ਼ਹਿਰੀਲੇ ਫੋੜੇ ਨਿਕਲੇ ਸਨ, ਛਾਲੇ ਹੋਏ ਸਨ, ਉਹ ਸਾਰੇ ਮੁਰਝਾ ਗਏ ਨੇ।
ਭਾਵ ਹੁਣ ਉਹ ਮੋੜਾ ਪੈ ਗਿਆ ਹੈ। ਦੀਨਾਨ ਨਾਥ ਹੋਏ ਸਹਾਏ, ਕਿਉਂਕਿ ਦੀਨਾਂ ਦੇ ਨਾਥ, ਗਰੀਬਾਂ ਦੇ ਨਾਥ ਸੁਆਮੀ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਅੰਗ ਸੰਗ ਸਹਾਈ ਹੋਏ ਹਨ। ਦ੍ਰਿਗ ਲਿਏ ਆਪ ਕਰਦੈ ਬਚਾਏ, ਤੇ ਗੁਰੂ ਮਹਾਰਾਜ ਨੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਨਾ ਤੇ ਉਹਨਾਂ ਨੇ ਸਾਹਿਬਜ਼ਾਦੇ ਦੇ ਨੇਤਰ ਸਹੀ ਸਲਾਮਤ ਉਸੇ ਤਰ੍ਹਾਂ ਹੀ ਬਚਾ ਦਿੱਤੇ ਹਨ। ਕੁਛ ਲਗਿਓ ਕਰਨ ਅਬ ਖਾਨ ਪਾਨ, ਲੋਕ ਸਾਹਿਬਜ਼ਾਦਾ ਜੀ ਕੁਛ ਰੁਚੀ ਅਨੁਸਾਰ ਭੋਜਨ ਵੀ ਛਕਣ ਲੱਗ ਪਏ ਹਨ। ਹੋਏ ਹੈ ਅਰੋਗ ਅੰਗਨ ਮਹਾਨ, ਤੇ ਹੁਣ ਉਹਨਾਂ ਦੇ ਜਿਹੜੇ ਬਾਕੀ ਸਰੀਰ ਦੇ ਅੰਗ ਵੀ ਉਹ ਵੀ ਰੋਗ ਤੋਂ ਮੁਕਤ ਹੋਣ ਲੱਗ ਪਏ ਹਨ। ਜਬ ਆਏ ਪ੍ਰਥਮ ਸੁਧ ਲੈਨ ਆਪ, ਜਦੋਂ ਆਪ ਜੀ ਪਹਿਲਾਂ ਖਬਰਸਾਰ ਲੈਣ ਵਾਸਤੇ ਆਏ ਸੀ ਤਬ ਥੇ ਬਿਹਾਲ ਸਭ ਤਨ ਸੰਤਾਪ, ਉਸ ਵੇਲੇ ਸਾਹਿਬਜ਼ਾਦੇ ਨੂੰ ਬੜਾ ਤੇਜ਼ ਬੁਖਾਰ ਚੜਿਆ ਸੀ ਤੇ ਸੀਤਲਾ ਦਾ ਵੀ ਬੜਾ ਪ੍ਰਕੋਪ ਦਿਖਾਈ ਦੇ ਰਿਹਾ ਸੀ, ਹਾਲ ਵੀ ਮਾੜਾ ਦਿਖਾਈ ਦਿੰਦਾ ਸੀ। ਤੁਮ ਦਇਆ ਸਾਥ ਸਭ ਸੁਖ ਸਰੀਰ, ਹੁਣ ਤੁਹਾਡੀ ਕਿਰਪਾ ਦੇ ਨਾਲ ਸਰੀਰ ਨੂੰ ਸੁਖ ਪ੍ਰਾਪਤ ਹੋ ਗਿਆ ਹੈ। ਅਬ ਗਈ ਬਹੁਤ ਮਿਟ ਅੰਗ ਪੀਰ, ਬਹੁਤੀ ਜਿਹੜੀ ਅੰਗਾਂ ਨੂੰ ਤਕਲੀਫ ਸੀ ਨਾ ਉਹ ਮਿਟ ਗਈ ਹੈ। ਸੁਨ ਮਹਾਦੇਵ ਹੈ ਕਰ ਆਨੰਦ, ਇਹ ਸੁਣ ਕੇ ਵੀ ਸਾਹਿਬਜ਼ਾਦੇ ਨੂੰ ਬਿਮਾਰੀ ਤੋਂ ਛੁਟਕਾਰਾ ਮਿਲਿਆ। ਮਹਾਦੇਵ ਜੀ ਬਹੁਤ ਪ੍ਰਸੰਨ ਹੋਏ। ਤਬ ਦਈ ਆਸਿਖਾ ਸੁਖ ਬਿਲੰਦ, ਉਸ ਵੇਲੇ ਆਸ਼ੀਰਵਾਦ ਦਿੱਤੀ ਸਾਹਿਬਜ਼ਾਦੇ ਨੂੰ ਵੀ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਹਿਬਜ਼ਾਦੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਉਂ ਅਸੀਸ ਦੇ ਕੇ ਮਹਾਦੇਵ ਜੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸਮਾਂ ਸੰਪੂਰਨ ਹੋਇਆ ਹੈ ਤੇ ਇੱਥੇ ਹੁਣ ਪ੍ਰਸੰਗ ਵੀ ਸੰਪੂਰਨ ਹੋਇਆ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ, ਹੁਣ ਪ੍ਰਿਥਿਆ ਵੀ ਗੁਰੂ ਮਹਾਰਾਜ ਦਾ ਪਤਾ ਸੁਤਾ ਲੈਣ ਆਵੇਗਾ। ਉਹਦੇ ਅੰਦਰ ਕੀ ਹੈ ਤੇ ਬਾਹਰ ਕੀ ਹੈ ਉਹ ਕੱਲ ਨੂੰ ਆਪ ਸੰਗਤਾਂ ਸਰਵਣ ਕਰੋਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੁਨ ਮਹਾਦੇਵ ਹੈ ਕਰ ਆਨੰਦ, ਤਬ ਦਈ ਆਸਿਖਾ ਸੁਖ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।